ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com। ਸੁਮੇਧ ਸਿੰਘ ਸੈਣੀ ਦਾ ਤੇ ਨਾ ਕਿ ਮੈਣਾ ਰੱਖਦਾ। ਮੈਨੂੰ ਤਾਂ ਉਸ ਬੰਦੇ ਤੋਂ ਇੰਨੀ ਨਫ਼ਰਤ ਹੈ ਨਾ, ਇੰਨੀ, ਮੈਂ ਤਾਂ ਉਹਦੀ ਸ਼ਕਲ ਦੇਖਣਾ ਵੀ ਪਸੰਦ ਨਹੀਂ ਕਰਦੀ। ਮੈਨੂੰ ਉਸੇ ਵੇਲੇ ਸੁੱਟਤਾ ਅੰਦਰ, ਇੰਟਰੋਗੇਸ਼ਨ ਸਟਾਰਟਿੰਗ ਇਹਨਾਂ ਨੇ ਕੀਤਾ। ਪਰ ਮੈਨੂੰ ਇੰਨੇ ਪੱਟੇ ਮਾਰੇ, ਮੈਨੂੰ ਕੋਈ ਹੋਸ਼ ਨਹੀਂ ਸੀ। ਮਤਲਬ 3rd ਡਿਗਰੀ ਤੋਂ ਵੀ ਵਰਸ ਜਿਹੜੀ ਡਿਗਰੀ ਹੈ ਨਾ ਇਹਨਾਂ ਨੇ ਉਹ ਮੇਰੇ 'ਤੇ ਇਸਤੇਮਾਲ ਕੀਤੀ। ਮੈਂ ਉਹ ਚੀਜ਼ਾਂ ਦੁਹਰਾਉਣਾ ਨਹੀਂ ਚਾਹੁੰਦੀ ਕਿ ਜਿੱਦਾਂ ਮੈਂ ਕੱਟਿਆ ਨਾ, ਪਰਮਾਤਮਾ ਕਿਸੇ ਨੂੰ ਨਾ ਕਟਾਏ। ਤੇ ਨਹੀਂ ਕਿ ਕਿਸੇ ਨੂੰ ਤੁਸੀਂ ਇੰਨਾ ਜ਼ਲੀਲ ਕਰੋ, ਪਰੇ ਕਰੋ, ਕभी ਉਹਦੇ ਨਾਲ ਇੰਨੇ ਅੱਧੇ ਸ਼ਬਦਾਵਲੀ ਯੂਜ਼ ਕਰੋ ਕਿ ਅਗਲਾ ਇੰਨੀ ਨਫ਼ਰਤ ਕਰੇ, ਜੀ ਕਰੇ ਕਿ ਮਾਰੀ ਜਾਵਾਂ, ਇਹਨੂੰ ਮਾਰ ਹੀ ਦੇਵਾਂ। ਜਿਹੜਾ 8 ਦਿਨ ਅਸੀਂ ਕੱਟਿਆ ਨਾ, ਉਸ ਤਰ੍ਹਾਂ ਇਹਨਾਂ ਨੇ ਸਾਨੂੰ ਮਾਰਨਾ। ਮੈਨੂੰ ਇੱਕ ਵਾਰੀ ਨਹਿਰ 'ਤੇ ਵੀ ਲੈ ਕੇ, ਸਾਨੂੰ ਸਾਰਿਆਂ ਨੂੰ ਲੈ ਕੇ ਸੀ ਨਹਿਰ 'ਤੇ ਮਾਰਨ। ਫਿਰ ਇੱਕ ਆਫਿਸਰ ਹੋਰ ਆਏ ਸੀ, ਮੈਨੂੰ ਉਹਨਾਂ ਦਾ ਮੇਰੀ ਅੱਖ 'ਤੇ ਪੱਟੀ ਬੰਨੀ ਹੈ, ਮੈਨੂੰ ਨਹੀਂ ਉਹਨਾਂ ਦਾ ਪਤਾ। ਉਹਨਾਂ ਨੇ ਆਖਿਆ, ਉਹਨਾਂ ਨੂੰ ਇਹ ਗੱਲ ਆਖੀ, ਉਹਨਾਂ ਨੇ ਇਹ ਗੱਲ ਕਹਿੰਦੇ ਸੈਣੀ ਇਹਦੇ 'ਤੇ ਕੇਸ ਨਾ ਪਾਈ। ਸਰ ਇਹ ਗੱਲ ਆਖੀ ਸੀ, ਉਹ ਮੇਰੇ ਖਿਆਲ ਨਾਲ ਤੂੰ ਸੀਨੀਅਰ ਹੋਏਗਾ, ਸੈਣੀ ਇਹਦੇ 'ਤੇ ਕੇਸ ਨਾ ਪਾਈ। ਮੈਂ ਉਹਨੂੰ ਜਾਂਦਾ, ਕਹਿੰਦੇ ਜਾਂ ਇਹਨੂੰ ਇਲੀਮੀਨੇਟ ਕਰ ਦੇ, ਹਾਂ, ਜਾਂ ਤਾਂ ਇਹਨੂੰ ਇਲੀਮੀਨੇਟ ਕਰ ਦੇ ਅਤੇ ਜਾਂ ਫਿਰ ਛੱਡ ਦੀ, ਵਿੱਚ ਇਹਨੂੰ ਵਿਚਾਲੇ ਨਾ ਰੱਖ। ਇੱਕ ਸੈਣੀ ਨਹੀਂ ਹੈਗਾ ਸੀ, ਆਪਾਂ ਕਹੇ ਤਾਂ ਕਈ ਸੈਣੀ ਸੀ ਪੰਜਾਬ 'ਚ, ਇੱਕ ਨੇ ਨਹੀਂ ਕੀਤਾ। ਤੁਸੀਂ ਆਲਮ ਨੂੰ ਦੇਖ ਲਓ, ਗੋਬਿੰਦ ਰਾਮ ਨੂੰ ਦੇਖ ਲਓ, ਸਵਰਨ ਸਿੰਘ ਕੋਟਨੇ ਨੂੰ ਦੇਖ ਲਓ, ਜਿਹਦਾ ਨਾਮ ਬਕਰਾ ਮੱਖਣ ਜਲਾਦ ਨੂੰ ਦੇਖ ਲਓ। ਕਿੰਨੇ ਹੀ ਐਸੇ ਸੀ ਜਿਹੜੇ ਕਰਦੇ ਰਹੇ ਨੇ। ਨਿਰਪੱਖ ਪੋਸਟ ਤੇ ਤੁਹਾਡਾ ਸਵਾਗਤ ਹੈ। ਮੈਂ ਹਮਨਦੀਪ ਸਿੰਘ। ਦੋਸਤੋ, ਕਦੇ ਕਦਾਈ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਨੇ ਜਿਹੜੀ ਸਾਡੇ ਦਿਲ, ਦਿਮਾਗ ਅਤੇ ਆਤਮਾ ਤੱਕ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਅਤੇ ਉਹਨਾਂ ਦੀ ਯਾਦ ਸਾਡੇ ਜ਼ਿਹਨ ਦੇ ਵਿੱਚ ਮਰਦੇ ਦਮ ਤੱਕ ਤਾਜ਼ਾ ਰਹਿੰਦੀ ਹੈ। ਸੁਮੇਧ ਸਿੰਘ ਸੈਣੀ, ਇਹ ਨਾਮ ਜਦੋਂ ਅੱਜ ਅਸੀਂ ਸੁਣਦੇ ਹਾਂ ਤਾਂ ਸਾਡੀ ਪੀੜ੍ਹੀ ਦੇ ਦਿਮਾਗ ਦੇ ਵਿੱਚ ਇੱਕ ਕੇਸ ਸਾਹਮਣੇ ਆਉਂਦਾ ਹੈ ਬਲਵੰਤ ਸਿੰਘ ਮੁਲਤਾਨੀ ਦਾ। ਲੇਕਿਨ 1984 ਦਾ ਉਹ ਕਾਲਾ ਦੌਰ, 1984 ਤੋਂ ਬਾਅਦ ਜੋ ਕਾਲਾ ਦੌਰ ਸ਼ੁਰੂ ਹੋਇਆ, ਉਸ ਸੰਤਾਪ ਨੂੰ ਜਿਸ ਪੀੜ੍ਹੀ ਨੇ ਹੰਢਾਇਆ, ਸੁਮੇਧ ਸਿੰਘ ਸੈਣੀ ਨਾਮ ਬਹੁਤ ਕੁਝ ਮਾਇਨੇ ਰੱਖਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਮੇਰੇ ਨਾਲ ਇਸ ਵਕਤ ਇੱਕ ਖਾਸ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਸੁਮੇਧ ਸਿੰਘ ਸੈਣੀ ਨੇ ਐਂਟਰੀ ਮਾਰੀ ਔਰ ਬਹੁਤ ਕੁਝ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ। ਹਾਲਾਂਕਿ ਉਹ ਅਰਸਾ ਬਹੁਤ ਛੋਟਾ ਸੀ, ਲੇਕਿਨ ਉਸ ਛੋਟੇ ਅਰਸੇ ਦੇ ਵਿੱਚ ਉਹ ਸੰਤਾਪ ਜੋ ਉਹਨਾਂ ਨੇ ਹੰਢਾਇਆ, ਜਦੋਂ ਸਾਡੇ ਅੱਜ ਸਾਹਮਣੇ ਆਉਂਦਾ ਹੈ ਤਾਂ ਸਾਡਾ ਦਿਲ ਇੱਕ ਤਰੀਕੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਹੈ ਕਿ ਉਹ ਕਿਹੋ ਜਿਹਾ ਦੌਰ ਸੀ, ਉਹ ਕਿਹੋ ਜਿਹੇ ਇਨਸਾਨ ਸਨ, ਕਿ ਉਹ ਜਾਨਵਰ ਸਨ। ਮੇਰੇ ਨਾਲ ਇਸ ਵਕਤ ਮੌਜੂਦ ਨੇ ਨਿਰਪ੍ਰੀਤ ਕੌਰ ਜੀ, ਸਵਾਗਤ ਕਰਦੇ ਹਾਂ ਉਹਨਾਂ ਦਾ। ਸਤਿ ਸ਼੍ਰੀ ਅਕਾਲ। ਨਿਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੀ ਹੈ ਕਿ ਅੱਜ ਜਦੋਂ ਸਾਡੀ ਪੀੜ੍ਹੀ ਸੁਮੇਧ ਸਿੰਘ ਸੈਣੀ ਦਾ ਨਾਂ ਸੁਣਦੀ ਹੈ, ਸਾਡੇ ਜ਼ਿਹਨ ਦੇ ਵਿੱਚ ਤਾਂ ਕੁਝ ਕੇਸ ਹੀ ਆਉਂਦੇ ਨੇ ਕਿ ਬਲਵੰਤ ਸਿੰਘ ਮੁਲਤਾਨੀ ਦਾ ਕੇਸ ਹੋਇਆ ਜਾਂ ਹੋਰ ਕੇਸ ਜੋ ਹੁਣ ਨਿੱਕੇ ਮੋਟੇ ਸਾਹਮਣੇ ਆ ਰਹੇ ਨੇ। ਪਰ ਜਿੱਦਾਂ ਤੁਸੀਂ ਦੱਸ ਰਹੇ ਹੋ, ਬਹੁਤ ਕੁਝ ਸੁਮੇਧ ਸੈਣੀ ਦਾ ਹਲੇ ਬਾਹਰ ਆਉਣਾ ਬਾਕੀ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਸੁਮੇਧ ਸਿੰਘ ਸੈਣੀ ਨਾਮ ਕੀ ਮਾਇਨੇ ਰੱਖਦਾ ਹੈ? ਸੁਮੇਧ ਸਿੰਘ ਸੈਣੀ ਦਾ ਤੇ ਨਾ ਕਿ ਮੈਣਾ ਰੱਖਦਾ। ਮੈਨੂੰ ਤਾਂ ਉਸ ਬੰਦੇ ਤੋਂ ਇੰਨੀ ਨਫ਼ਰਤ ਹੈ ਨਾ, ਇੰਨੀ, ਮੈਂ ਤਾਂ ਉਹਦੀ ਸ਼ਕਲ ਦੇਖਣਾ ਵੀ ਪਸੰਦ ਨਹੀਂ ਕਰਦੀ। ਜੋ ਮੇਰੇ ਨਾਲ ਵਾਪਰਿਆ ਨਾ, ਮੈਂ ਕਹਿੰਦੀ ਕਿਸੇ ਨਾਲ ਵੀ ਨਾ ਵਾਪਰੇ, ਕਿਸੇ ਵੈਰੀ ਦੁਸ਼ਮਣ ਦੇ ਬੱਚੇ ਨਾਲ ਵੀ ਨਾ ਵਾਪਰੇ। ਜੋ ਮੈਂ ਪਿੰਡੇ ਹਟਾਇਆ ਆਪਣਾ, ਮੈਂ ਉਹ ਟਾਈਮ ਨਹੀਂ ਭੁੱਲ ਸਕਦੀ। ਜੋ ਉਹ 8 ਦਿਨ ਮੈਂ ਕੱਟੇ ਨੇ, ਜਿਸ ਤਰ੍ਹਾਂ ਮੇਰੇ ਨਾਲ ਬੀਤੇ ਨੇ, ਮੈਂ ਕਹਿੰਦੀ ਹਾਂ ਰੱਬਾ ਕਿਸੇ ਨੂੰ ਨਾ ਉਹ ਟਾਈਮ ਦਿਖਾਈ ਜੋ ਤੂੰ ਮੈਨੂੰ ਦਿਖਾਇਆ। ਨਿਰਪ੍ਰੀਤ ਜੀ, ਅਸੀਂ ਸ਼ੁਰੂਆਤ ਤੋਂ ਜੇ ਗੱਲ ਕਰੀਏ, ਇਹ ਘਟਨਾਕ੍ਰਮ ਕਿਵੇਂ ਸ਼ੁਰੂ ਕਿਵੇਂ ਹੁੰਦਾ ਸਾਰਾ? ਇਹ ਇੱਕ 45 ਸੈਕਟਰ ਐਨਕਾਊਂਟਰ ਹੋਇਆ ਸੀ ਅਤੇ ਉੱਥੇ ਗੁਰਮੀਤ ਸਿੰਘ ਦੀ ਡੈਥ ਹੋ ਗਈ ਸੀ। ਰੋਪੜ ਤੋਂ ਸੀ ਉਹ। ਉਹਦੇ ਕੋਲ ਡਾਇਰੀ ਸੀ, ਉਹਦੀ ਡਾਇਰੀ ਦੇ ਵਿੱਚ ਸਾਡਾ ਹੈਗਾ ਸੀ ਮੈਂਸ਼ਨ, ਅਤੇ ਹੋਰ ਵੀ ਅਤੇ ਉਸ ਡਾਇਰੀ ਤੋਂ ਮੈਂ ਫੜੀ ਗਈ ਅਤੇ ਫਿਰ ਸਾਨੂੰ ਚੱਕਿਆ ਗਿਆ। ਜਦ ਚੱਕ ਕੇ ਸਾਨੂੰ 11 ਸੈਕਟਰ ਲਿਆਂਦਾ। ਕਿਹੜੇ ਸੰਨ ਦੀ ਗੱਲ ਹੋ ਰਹੀ ਹੈ? 91 ਸੰਨ ਦੀ ਗੱਲ ਹੋ ਰਹੀ ਹੈ। ਅਤੇ ਸਾਨੂੰ
5 ਮਿੰਟ ਦੇ ਅੰਦਰ ਅੰਦਰ ਨਾ ਮੈਂ ਇਹਨਾਂ ਨੇ ਨਾ ਮੇਰੇ ਨਾਲ ਇੱਕ ਗੁਰਮੀਤ ਫੈਡਰੇਸ਼ਨ ਸੀ, ਉਹ ਫੜਿਆ। ਗੁਰਮੀਤ ਫੈਡਰੇਸ਼ਨ ਨੂੰ ਇਹਨਾਂ ਨੇ ਅਲਫ ਨੰਗਾ ਕਰਕੇ ਉਹਦੇ ਗੁਪਤ ਅੰਗ 'ਤੇ ਕਰੰਟ ਲਗਾਤਾ। ਗੁਰਪ੍ਰੀਤ ਜੀ, ਮਾਫੀ ਚਾਹਾਂਗਾ ਰੋਕਣ ਲਈ। ਤੁਹਾਨੂੰ ਲੈ ਕੇ ਗਏ ਨੇ ਪੁਲਿਸ ਵਾਲੇ, ਉਹ ਤੁਹਾਨੂੰ ਚੱਕਿਆ ਕਿੱਥੋਂ ਹੈ? ਤੁਹਾਨੂੰ ਘਰ ਤੋਂ ਚੱਕਿਆ ਸੀ, ਘਰੇ ਹੀ ਸੀਗੇ ਉਸ ਵਕਤ ਤੁਸੀਂ? ਨਹੀਂ, ਅਸੀਂ ਪਿੰਜੌਰ ਤੋਂ ਚੱਕਿਆ। ਉਸ ਵਕਤ ਤੁਸੀਂ ਪੰਜੋਰ ਰਿਹਾ ਕਰਦੇ ਸੀ ਜਾਂ ਵੈਸੇ ਗਏ ਹੋਏ ਸੀ? ਪਿੰਜੌਰ ਬਾਗ ਤੋਂ ਚੱਕਿਆ, ਸਾਨੂੰ ਪਿੰਜੌਰ ਤੋਂ ਹੀ ਚੱਕਿਆ। ਮੈਂ ਆਪਣੇ ਬੇਟੇ ਨੂੰ ਮਿਲ ਕੇ ਆ ਰਹੀ ਸੀ ਅਤੇ ਅੱਗੇ ਇੱਥੇ ਵਾਰਦਾਤ ਹੋਈ ਸੀ ਅਤੇ ਸਾਡਾ ਮੈਂਸ਼ਨ ਸੀ ਅਤੇ ਸਾਨੂੰ ਪਿੰਜੌਰ ਤੋਂ ਚੱਕ ਲਿਆ, ਕਿਉਂਕਿ ਸਾਡੇ ਦਿਲ ਦਿਮਾਗ 'ਚ ਤਾਂ ਕੋਈ ਗੱਲ ਹੈ ਹੀ ਨਹੀਂ ਸੀ। ਮੈਨੂੰ ਇਹ ਕਿਉਂਕਿ ਮੈਂ ਬੇਲ 'ਤੇ ਸੀ, ਮੈਨੂੰ ਇੱਦਾਂ ਦੀ ਹੈ ਹੀ ਨਹੀਂ ਸੀ। ਮੈਂ ਦੱਸਤਾ, ਪੁੱਛਿਆ ਕਿ ਵੀ ਤੁਹਾਡਾ ਨਾ ਤੇ ਕਿਹੜਾ ਐਡਰੈਸ ਹੈ, ਮੈਂ ਆਪਣਾ ਦੱਸਤਾ ਐਡਰੈਸ, ਹਸਬੈਂਡ ਦਾ ਨਾਂ ਦੱਸਤਾ ਅਤੇ ਬਸ ਉੱਥੋਂ ਹੋ ਗਿਆ ਇਹਨਾਂ ਨੂੰ ਕਿ ਵੱਡੇ ਤਗੜੇ ਦੀ ਐਕਸਟ੍ਰੀਮਿਸਟ ਦੀ ਵਾਈਫ ਹੈ ਅਤੇ ਖੜਕੂ ਦੀ ਵਾਈਫ ਹੈ, ਅਤੇ ਉਹਨਾਂ ਨੇ ਬਸ ਜੋ ਆਪਣਾ ਕਰਨਾ ਸੀ ਕਰਤਾ। ਕਿਉਂਕਿ ਪਿੰਜੌਰ ਤੋਂ ਫਿਰ ਤੁਹਾਨੂੰ ਲੈ ਕੇ ਕਿੱਥੇ ਗਏ ਨੇ? 11 ਸੈਕਟਰ CI ਸਟਾਫ ਚੰਡੀਗੜ੍ਹ। ਔਰ ਮੈਨੂੰ ਉਸੇ ਵੇਲੇ ਸੁੱਟਤਾ ਅੰਦਰ। ਇੰਟਰੋਗੇਸ਼ਨਸ ਸਟਾਰਟਿੰਗ ਇਹਨਾਂ ਨੇ ਕੀਤਾ ਵੀ ਮੈਨੂੰ ਇੰਨੇ ਪੱਟੇ ਮਾਰੇ, ਮੈਨੂੰ ਕੋਈ ਹੋਸ਼ ਨਹੀਂ ਸੀ। ਮਤਲਬ 3rd ਡਿਗਰੀ ਤੋਂ ਵੀ ਵਰਸ ਜਿਹੜੀ ਡਿਗਰੀ ਇਹਨਾਂ ਨੇ ਨਾ ਉਹ ਮੇਰੇ 'ਤੇ ਇਸਤੇਮਾਲ ਕੀਤੀ। ਮੈਂ ਉਹ ਚੀਜ਼ਾਂ ਦੁਹਰਾਉਣਾ ਨਹੀਂ ਚਾਹੁੰਦੀ ਕਿ ਜਿੱਦਾਂ ਮੈਂ ਕੱਟਿਆ ਨਾ, ਪਰਮਾਤਮਾ ਕਿਸੇ ਨੂੰ ਨਾ ਕਟਾਏ। ਜੀ ਅਸੀਂ ਸਮਝ ਸਕਦੇ ਹਾਂ, ਕਿਉਂਕਿ ਜਿਸ ਤਰੀਕੇ ਦਾ ਸੰਤਾਪ ਤੁਸੀਂ ਹੰਢਾਇਆ, ਉਸ ਚੀਜ਼ ਨੂੰ ਅਸੀਂ ਜਦੋਂ ਬਾਰ-ਬਾਰ ਕਿਸੇ ਨੂੰ ਮਜਬੂਰ ਕਰਦੇ ਹਾਂ ਦੱਸਣ ਵਾਸਤੇ, ਤਾਂ ਤੁਹਾਡੇ ਜ਼ਿਹਨ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਨੇ, ਯਾਦਾਂ ਆਉਂਦੀਆਂ ਨੇ। ਪਰ ਸਾਡਾ ਮਕਸਦ ਇਹ ਹੈ ਕਿ ਜੋ ਤੁਹਾਡੇ ਨਾਲ ਹੋਇਆ, ਹੋ ਸਕਦਾ ਹੋਰ ਬਹੁਤ ਸਾਰੀਆਂ ਨਿਰਪ੍ਰੀਤ ਤੁਹਾਡੇ ਵਰਗੀਆਂ ਹੋਣ ਜਿਨ੍ਹਾਂ ਨੇ ਹਲੇ ਆਪਣੇ ਬਿਆਨ ਜਿਹੜੇ ਆ, ਜਿਨ੍ਹਾਂ ਦਾ ਜੋ ਉਹਨਾਂ ਨਾਲ ਵਾਪਰਿਆ ਉਹ ਹਲੇ ਮੀਡੀਆ ਦੇ ਵਿੱਚ ਨਹੀਂ ਆਇਆ। ਸੋ ਉਹਨਾਂ ਨਾਲ ਤੁਹਾਡਾ ਜੋ ਤੁਸੀਂ ਪੱਖ ਰੱਖ ਰਹੇ ਹੋ, ਉਹਨਾਂ ਨਾਲ ਸ਼ਾਇਦ ਹੋਰਾਂ ਨੂੰ ਵੀ ਹੌਸਲਾ ਮਿਲੇਗਾ ਔਰ ਸੱਚਾਈ ਜਿਹੜੀ ਹੈ ਲੋਕਾਂ ਦੇ ਸਾਹਮਣੇ ਆਵੇਗੀ। ਨਿਰਪ੍ਰੀਤ ਜੀ, ਮੈਂ ਗੱਲ ਕਰਨੀ ਚਾਹਾਂਗਾ ਕਿ ਜਿਹੜਾ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਵਕਤ ਸਮਾਂ ਕਿੰਨਾ ਕੁ, ਜੇ ਤੁਹਾਨੂੰ ਯਾਦ ਹੋਵੇ, ਕਿੰਨਾ ਕੁ ਸਮਾਂ ਸੀ? ਅਤੇ ਜਿਵੇਂ ਤੁਸੀਂ ਦੱਸ ਰਹੇ ਹੋ ਫਿਰ CA IA ਸਟਾਫ ਦੇ ਵਿੱਚ ਤੁਹਾਨੂੰ ਸੈਕਟਰ 11 ਦੇ ਵਿੱਚ ਲੈ ਕੇ ਆਏ ਗਏ ਨੇ। ਦੁਪਹਿਰੀ ਜੀ ਲੈ ਕੇ ਗਏ, ਸਮੇਂ ਤਾਂ ਹੁਣ ਕੀ ਮੈਨੂੰ ਯਾਦ ਨਹੀਂ, ਦੁਪਹਿਰ ਦਾ ਟਾਈਮ ਸੀ, ਦੁਪਹਿਰੀ ਜੀ ਚੱਕੇ ਹਾਂ ਅਸੀਂ। ਅਤੇ ਉਸ ਵਕਤ ਜਦੋਂ ਇੰਟੈਰੀਗੇਸ਼ਨ ਸ਼ੁਰੂ ਹੋਈ ਹੈ, ਕਿ ਉਹਨਾਂ ਨੇ ਕੁਝ ਤੁਹਾਨੂੰ ਪੁੱਛ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਆਉਂਦੇ ਹੀ ਤੁਹਾਡੇ ਨਾਲ ਮਤਲਬ ਕਿ ਇਸ ਤਰੀਕੇ ਦਾ ਬਦਸਲੂਕੀ ਕਰਨੀ ਸ਼ੁਰੂ ਕਰਤੀ ਆ? ਨਹੀਂ ਇਹ ਪਹਿਲਾਂ ਨਹੀਂ ਇਹ ਪੁੱਛਦੇ, ਜਾਂਦੇ ਹੀ ਪਹਿਲਾਂ ਕੁੱਟਦੇ ਆ। ਇਹ ਸਟਾਰਟਿੰਗ 'ਚ ਕੋਈ ਵੀ ਹੈਗਾ ਨਾ ਫੜਦੇ ਨੇ, ਕਿਉਂਕਿ ਉਸ ਤੋਂ ਪਹਿਲਾਂ ਵੀ ਮੈਂ 88 'ਚ ਫੜੀ ਗਈ, ਉਦੋਂ ਨਹੀਂ ਪੁੱਛਦੇ ਕਿਸੇ ਨੂੰ, ਉਦੋਂ ਇਹ ਮਾਰਦੇ ਨੇ। ਅਤੇ ਉਹ ਬਾਅਦ 'ਚ ਇਹਨਾਂ ਨੇ ਕੀ ਕਰਨਾ ਹੈ, ਉਹ ਦਿਨ ਰਾਤ 'ਤੇ ਮੇਰੇ ਨਾਲ ਇੰਟਰੋਗੇਸ਼ਨ ਹੀ ਚੱਲਦੀ ਰਹੀ ਹੈ ਸਾਰਿਆਂ ਦੀ। ਕੋਈ ਨਾਲ ਦੇ ਫੜੇ, ਕਦੀ ਕਿਸੇ ਦੀ ਚੀਕ ਨਿਕਲੇ, ਕਦੀ ਕਿਸੇ ਦੀ, ਸਾਰੇ ਫੜੇ ਸੀ, ਆਵਾਜ਼ਾਂ ਆਉਂਦੀਆਂ ਸੀ, ਅੱਖਾਂ 'ਤੇ ਪੱਟੀਆਂ ਬੰਨ੍ਹ ਲੈਂਦੇ ਸੀ। ਨਿਰਪ੍ਰੀਤ ਜੀ, ਹੋਰ ਕਿੰਨੇ ਕੁ ਲੋਕੀ ਸੀ ਉਸ ਵਕਤ ਤੁਹਾਡੇ ਨਾਲ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ? 5-6 ਜਣੇ ਸੀ ਅਸੀਂ। ਬਾਕੀ ਸਾਰੇ ਮਰਦ ਹੀ ਸਨ? ਹਾਂਜੀ, ਮੈਂ ਇਕੱਲੀ ਲੇਡੀ ਸੀ, ਬਾਕੀ ਸਾਰੇ ਮਰਦ ਸੀ। ਅਤੇ ਉਸ ਵਕਤ ਤੁਸੀਂ ਦੱਸ ਰਹੇ ਹੋ ਜਿੱਦਾਂ ਕੋਈ ਲੇਡੀ ਪੁਲਿਸ ਨਹੀਂ ਸੀ, ਲੇਡੀ ਆਫੀਸਰ ਨਹੀਂ ਸੀ ਉੱਥੇ ਮੌਜੂਦ? ਨਹੀਂ, ਉੱਥੇ ਲੇਡੀ ਪੁਲਿਸ ਤੇ ਕੋਈ ਨਹੀਂ ਸੀ। ਦੇਖੋ, ਲਾਅ ਇਹ ਕਹਿੰਦਾ ਹੈ ਕਿ ਵੀ ਜੇ ਤੁਸੀਂ ਕਿਸੇ ਲੇਡੀ ਨੂੰ, ਪਹਿਲੀ ਗੱਲ ਤਾਂ ਟੌਰਚਰ ਕਰਨ ਦਾ ਤੇ ਕਿਤੇ ਵੀ ਲਾਅ 'ਚ ਨਹੀਂ ਲਿਖਿਆ ਤੁਸੀਂ ਕਿਸੇ ਨੂੰ ਇੰਟਰੋਗੇਟ ਇਸ ਤਰ੍ਹਾਂ ਦਾ ਕਰ ਸਕਦੇ। ਈਵਨ ਕਿਸੇ ਨੂੰ ਤੁਸੀਂ ਹੱਥ ਵੀ ਨਹੀਂ ਲਗਾ ਸਕਦੇ, ਲਾਅ ਤਾਂ ਇਹ ਕਹਿੰਦਾ। ਪਰ ਇਹਨਾਂ ਦੇ ਸਿਸਟਮ ਸਾਰਾ ਇਹਨਾਂ ਦੇ ਹੱਥ 'ਚ ਸਭ ਕੁਝ ਕਰਦੇ ਨੇ। ਇਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ ਆਈ ਕਿ ਵੀ ਅਸੀਂ ਲੇਡੀ ਪੁਲਿਸ ਨੂੰ ਲੇਡੀ ਨੂੰ ਕੁੱਟ ਰਹੇ ਹਾਂ, ਘੱਟੋ ਘੱਟ ਲੇਡੀ ਪੁਲਿਸ ਹੀ ਖੜੀ ਕਰ ਲਈ ਹੈ, ਮੈਂ ਤਾਂ ਦੇਖੀ ਨਹੀਂ। ਦੂਸਰੀ ਗੱਲ ਹੈ ਕਿ ਵੀ ਇਹਨਾਂ ਨੂੰ ਇੱਕ ਪਹਿਲਾਂ ਤਹਿਕੀਕਾਤ ਕਰਕੇ ਬੰਦੇ ਨੂੰ ਫਿਰ ਕੁੱਟਣਾ ਚਾਹੀਦਾ। ਇਹਨਾਂ ਨੇ ਕੋਈ ਤਹਿਕੀਕਾਤ ਤਾਂ ਕੀਤੀ ਨਹੀਂ। ਇੱਕ ਡੈਰੀ ਦੇ ਵਿੱਚ ਨਾ ਆ ਕੇ ਡੈਰੀ ਦੇ ਵਿੱਚੋਂ ਪਤਾ ਲੱਗੇ, ਇਹ ਤਾਂ ਨਹੀਂ ਕਿ ਕਿਸੇ ਨੂੰ ਤੁਸੀਂ ਇੰਨਾ ਜ਼ਲੀਲ ਕਰੋ ਔਰ ਇਹ ਕਰੋ ਕਿ ਵੀ ਉਹਦੇ ਨਾਲ ਇੰਨੇ ਅੱਧੇ ਸ਼ਬਦਾਵਲੀ ਯੂਜ਼ ਕਰੋ ਕਿ ਅਗਲਾ ਇੰਨੀ ਨਫ਼ਰਤ ਕਰੇ, ਜੀ ਕਰੇ ਕਿ ਵੀ ਮਾਰੀ ਜਾਵਾਂ, ਇਹਨੂੰ ਮਾਰ ਹੀ ਦੇਵਾਂ। ਜੀ, ਵੈਸੇ ਮੈਂ ਅੰਦਰ ਪਰਸਨਲੀ ਮੈਂ ਇਹ ਚਾਹੁੰਦਾ, ਨਿੱਜੀ ਤੌਰ ਦੇ ਉੱਤੇ ਮੈਂ ਨਹੀਂ ਪੁੱਛਣਾ ਚਾਹੁੰਦਾ ਇਹੋ ਜਿਹੇ ਸਵਾਲ, ਪਰ ਫਿਰ ਵੀ ਮੈਨੂੰ ਪੁੱਛਣਾ ਪਊਗਾ ਕਿਉਂਕਿ ਸਾਡਾ ਕੰਮ ਇਹ ਹੈ ਤਾਂ ਕਿ ਸੱਚਾਈ ਸਾਹਮਣੇ ਆਵੇ। ਕਿਸ ਤਰੀਕੇ ਦਾ ਤਸ਼ੱਦਦ ਤੁਹਾਡੇ ਨਾਲ ਉਸ ਵਕਤ ਹੋਇਆ ਜਾਂ ਜੋ ਹੋਰ ਲੋਕੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨਾਲ ਹੋ ਰਿਹਾ ਸੀ ਉਸ ਵਕਤ? ਦੇਖੋ, ਚੱਡੇ ਵੀ ਮੇਰੇ ਪਾੜੇ ਨੇ, ਰੋਲਰ ਵੀ ਮੇਰੇ 'ਤੇ ਫੇਰਿਆ, ਕਰੰਟ ਵੀ ਲੱਗਾ, ਪਟੇ ਵੀ ਮਾਰੇ ਨੇ। ਇੱਕ ਹੋਰ ਤਰ੍ਹਾਂ ਦਾ ਇਹਨਾਂ ਦੇ ਮੈਂ ਤਾਂ ਦੇਖਿਆ, ਉਹ ਮੇਰੇ ਫਸਟ ਟਾਈਮ ਹੋਇਆ ਉਦੋਂ ਦੇਖਿਆ, ਪਾਣੀ ਅੰਦਰ ਪਾ ਕੇ ਨਾ ਇੱਦਾਂ ਪਾਣੀ ਪਾ ਕੇ ਇੱਦਾਂ ਫੈਲਾ ਕੇ ਅਤੇ ਉਹ ਕਰਦੇ ਨੇ, ਉਹ ਪਾਣੀ ਦੇ ਵਿੱਚ ਜਿਹੜਾ ਕਰਦੇ ਨੇ, ਉਹ ਤਾਂ ਮੈਂ ਫਸਟ ਟਾਈਮ ਦੇਖਿਆ। ਜਿਹੜਾ ਫਿਰ ਇੱਦਾਂ ਲੱਗਦਾ ਕਿ ਬੰਦਾ ਡੁੱਬ ਚੱਲਿਆ। ਅਤੇ ਉਹ ਸਭ ਤੋਂ ਜ਼ਿਆਦਾ ਭੈੜਾ ਹੈਗਾ। ਜਿਹੜਾ ਰੋਲਰ ਦੀ ਤੁਸੀਂ ਗੱਲ ਕਰ ਰਹੇ ਹੋ, ਰੋਲਰ ਕਿਸ ਤਰੀਕੇ ਦਾ ਰੋਲਰ ਹੁੰਦਾ ਉਹ, ਜਾਂ ਕਿੱਦਾਂ? ਇੱਕ ਨਾ ਮੋਟੀ ਜਿਹੀ ਪਾਈਪ ਹੁੰਦੀ ਆ,
ਉਹ ਪਾਈਪ ਨੇ ਲੰਬੇ ਨੂੰ ਪਾਈਪ ਦੇ ਨਾ ਉੱਤੇ ਇੱਦਾਂ ਫੇਰਦੇ ਨੇ, ਇੱਧਰ ਪਾਸੇ ਇੱਕ ਬੰਦਾ ਚੜ ਜਾਂਦਾ, ਦੂਸਰੇ ਪਾਸੇ ਦੂਜਾ ਬੰਦਾ, ਅਤੇ ਫਿਰ ਉਹਦੇ ਨਾਲ ਪ੍ਰੈਸ ਕਰਦੇ ਨੇ, ਅਤੇ ਫਿਰ ਪੁੱਠਾ ਕਰਕੇ ਫਿਰ ਉਹਦੇ ਵਿੱਚ ਰੋਲਰ ਫਰਾ ਕੇ ਤਾਂ ਉਹ ਪਿੰਨੀਆਂ ਨੂੰ ਫਿਰ ਇੱਦਾਂ ਕਰਦੇ ਨੇ। ਇਹ ਤਾਂ ਚਲੋ ਹੋ ਗਈ ਸਰੀਰਕ ਕਸ਼ਟ ਦੀ ਗੱਲ, ਤੇ ਮਾਨਸਿਕ ਕਸ਼ਟ ਜਿਹੜਾ ਤੁਸੀਂ ਦੱਸਦੇ ਹੋ ਕਿ ਇਸ ਤਰੀਕੇ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਕਿ ਆਦਮੀ ਅੰਦਰੋਂ ਝੰਜੋੜਿਆ ਜਾਂਦਾ ਹੈ, ਆਤਮਾ ਝੰਜੋੜੀ ਜਾਂਦੀ ਹੈ, ਉਹ ਕਿਸ ਤਰੀਕੇ ਦਾ ਕਸ਼ਟ ਸੀਗਾ? ਦੇਖੋ, ਮਾਨਸਿਕ ਕਸ਼ਟ ਇਹਨੇ ਮੈਨੂੰ ਐਸਾ ਦਿੱਤਾ ਨਾ, ਉਹ ਮੈਂ ਕਦੀ ਭੁੱਲ ਹੀ ਨਹੀਂ ਸਕਦੀ। ਮਤਲਬ ਅਸ਼ਲੀਲ ਹਰਕਤਾਂ ਬੰਦਿਆਂ ਦੇ ਸਾਹਮਣੇ, ਨਾਲ ਦੇ ਜਿਹੜੇ ਫੜੇ ਗਏ ਸੀ ਉਹਨਾਂ ਨੂੰ ਅਲਫ ਨੰਗੇ ਕਰਕੇ ਉਹਨਾਂ ਦੇ ਸਾਹਮਣੇ ਖੜੇਗਾ, ਫਿਰ ਗੰਦ ਬਕਣਾ, ਫਿਰ ਉਹ ਪੁੱਠੀਆਂ ਗੱਲਾਂ ਕਰਨੀਆਂ, ਉਹ ਨਾ ਸਹਿਣਯੋਗ ਨੇ। ਜਿਹੜਾ 8 ਦਿਨ ਅਸੀਂ ਕੱਟਿਆ ਇਹਨਾਂ ਨੇ, ਉਸ ਦੌਰਾਨ ਇਹਨਾਂ ਨੇ ਸਾਨੂੰ ਮਾਰਨਾ। ਮੈਨੂੰ ਇੱਕ ਵਾਰੀ ਨਹਿਰ 'ਤੇ ਵੀ ਲੈ ਕੇ, ਸਾਨੂੰ ਸਾਰਿਆਂ ਨੂੰ ਲੈ ਗਏ ਸੀ ਨਹਿਰ 'ਤੇ ਮਾਰਨ ਨੂੰ। ਕਿਹੜੀ ਨਹਿਰ 'ਤੇ? ਪਤਾ ਨਹੀਂ, ਨਹਿਰ 'ਤੇ ਮੇਰੇ ਖਿਆਲ ਰੋਪੜ ਵਾਲੇ ਪਾਸੇ ਲੈ ਕੇ ਨਹਿਰ 'ਤੇ ਲੈ ਕੇ ਗਏ ਨੇ, ਸਾਨੂੰ ਮਾਰਨਾ ਸੀ ਇਹਨਾਂ ਨੇ। ਪਰ ਹਾਈ ਕੋਰਟ ਦੀ ਰੇਡ ਪੈ ਗਈ ਸੀ ਅਤੇ ਸਾਨੂੰ ਵਾਪਸ ਲੈ ਆਏ ਸੀ। ਫਿਰ ਉਸ ਤੋਂ ਬਾਅਦ ਜਿਹੜਾ 11 ਸੈਕਟਰ ਲੈ ਕੇ ਗਏ ਨੇ, ਜੋ ਪੁੱਲਾ ਬੁਲਾਇਆ ਸੀ, ਤੁਹਾਨੂੰ ਪਤਾ ਕਿ ਨਾ ਪੁੱਲੇ ਨੇ ਮੇਰੇ ਨਾਲ ਰੇਪ ਵੀ ਕਰਨਾ ਸੀ ਅਤੇ ਮਾਰ ਵੀ ਦੇਣਾ ਸੀ ਉਸ ਦਿਨ, ਤਾਂ ਮਾਰ ਹੀ ਦੇਣਾ ਸੀ। ਪਰ ਮੈਂ ਭਲਾ ਕਰਨ, ਕਿਸਮਤ, ਮੈਂ ਕਹਿੰਦੀ ਹਾਂ ਮੈਂ ਕਿਸਮਤ ਵਾਲੀ ਹਾਂ। ਪਰ ਦੁੱਖ ਵੀ ਇਸ ਗੱਲ ਦਾ ਕਿ ਮੇਰੀ ਵਜ੍ਹਾ ਨਾਲ ਇੱਕ ਕਿਸੇ ਮਾਂ ਦਾ ਪੁੱਤ ਮਾਰਿਆ ਗਿਆ। ਚੰਡੀਗੜ੍ਹ ਪੁਲਿਸ 'ਚ ਸੀ, ਉਹ ਪੁਲਿਸ ਦਾ ਕਾਂਸਟੇਬਲ ਉੱਥੇ ਹੀ ਲੱਗੇ, ਜਿਹਨੇ ਬਾਹਰ ਜਾ ਕੇ ਇਨਫੋਰਮੇਸ਼ਨ ਦਿੱਤੀ ਸੀ। ਉਹਨੂੰ ਪਤਾ ਲੱਗ ਚੁੱਕਾ ਸੀ ਕਿ ਵੀ ਅੱਜ ਮੈਨੂੰ ਮਾਰ ਦੇਣਾ, ਕੀ ਕਰਨਾ, ਅਤੇ ਇਹਨਾਂ ਨੇ ਉਹ ਫੜ ਲਿਆ। ਅਤੇ ਪਤਾ ਲੱਗੇ ਸੀ ਇਹਨਾਂ ਨੂੰ, ਅਤੇ ਇਹਨਾਂ ਨੂੰ ਪੁਲਿਸ ਵਾਲਾ ਮਾਰਤਾ ਸੀ। ਪੁਲਿਸ ਵਾਲੇ ਨੇ ਪੁਲਿਸ ਵਾਲਾ ਹੀ ਮਾਰਤਾ? ਪੁਲਿਸ ਵਾਲਾ ਹੀ ਮਾਰਤਾ, ਉਹਨੂੰ ਬੜਾ ਇੰਟੈਰੋਗੇਟ ਕੀਤਾ, ਫਿਰ ਉਸ ਤੋਂ ਬਾਅਦ ਮਾਰਤਾ ਇਹਨਾਂ ਨੇ। ਅਤੇ ਇਸ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਫੁੱਲਾ ਨਿਹੰਗ ਹੈ, ਜਿਸ ਦੀ ਬਾਅਦ ਦੇ ਵਿੱਚ ਹੁਣ ਡੈਥ ਵੀ ਹੋਈ ਹੈ ਅਤੇ ਸਿੰਘਾਂ ਨੇ ਉਸ ਨੂੰ ਗੱਡੀ ਵੀ ਝਾੜਿਆ, ਅਤੇ ਉਸ ਦਾ ਵੀ ਕੀ ਮਤਲਬ ਕਿ ਤੁਸੀਂ ਕਹਿਣਾ ਚਾਹੋਗੇ, ਉਸ ਦਾ ਕੀ ਰੋਲ ਸੀ ਕਿ ਇਸ ਤਰੀਕੇ ਨਾਲ ਉਹਦੀ ਪੁਲਿਸ ਨਾਲ ਇੰਨੀ ਅੰਦਰ ਤੱਕ ਸਾਂਠ-ਗਾਂਠ ਸੀਗੀ ਕਿ ਇੰਟੈਰੋਗੇਸ਼ਨ 'ਤੇ ਵੀ ਉਹ ਆਇਆ ਕਰਦਾ ਸੀਗਾ? ਉਹ ਇਹਨਾਂ ਦਾ ਆੜੀ ਸੀ, ਸਾਰਾ ਕੁਝ ਪਤਾ ਸੀ ਕਿ ਇਹਨਾਂ ਦੀ ਇੱਕੋ ਗੱਲ ਸੀ ਇਹਨਾਂ ਦੀ। ਉਹ ਇਹਦੇ ਕਹਿਣ 'ਤੇ, ਸੁਮੇਧ ਸੈਣੀ ਦੇ ਕਹਿਣ 'ਤੇ, ਤਾਂ ਉਹ ਜੱਜਾਂ ਨੂੰ ਧਮਕੀਆਂ ਦਿੰਦਾ ਸੀ। ਉਹਨੇ ਤਾਂ ਜੱਜਾਂ ਤੱਕ ਨੂੰ ਧਮਕੀਆਂ ਦੇ, ਤਾਂ ਉਹ ਤਾਂ ਬੌਸ ਬਣਾਇਆ ਹੋਇਆ ਸੀ ਇਹਨਾਂ ਨੇ। ਅਤੇ ਨਿਰਪ੍ਰੀਤ ਜੀ, ਤੁਸੀਂ ਦੱਸ ਰਹੇ ਹੋ ਜਿੱਦਾਂ CIA ਸਟਾਫ ਦੇ ਆਪਣਾ ਉੱਥੇ ਸੈਕਟਰ 11 ਦੇ ਵਿੱਚ ਤੁਸੀਂ ਰਹੇ ਹੋ, ਇੰਟੈਰੋਗੇਸ਼ਨ ਸੈਂਟਰ ਦੇ ਵਿੱਚ। ਸੋ ਜਿਸ ਤਰੀਕੇ ਦੀ ਇੰਟੈਰੋਗੇਸ਼ਨ ਉੱਥੇ ਹੁੰਦੀ ਰਹੀ, ਅਤੇ ਇੱਕ ਅਸੀਂ ਵੇਖਦੇ ਵੀ ਹਾਂ ਕਿ ਨਾਜ਼ੀਆਂ ਨੇ ਇੱਕ ਵਾਰੀ ਕੰਸਨਟ੍ਰੇਸ਼ਨ ਕੈਂਪ ਚਲਾਏ ਸੀਗੇ, ਜਿੱਥੇ ਕੋਈ ਹੁੰਦਾ ਨਹੀਂ ਸੀ, ਕੋਈ ਅਤਾ ਪਤਾ ਵੀ ਕੋਈ ਬੰਦਾ ਕਿੱਧਰੋਂ ਵੀ ਚੱਕ ਲਿਆ ਅਤੇ ਉਹਨੂੰ ਮਾਰ ਵੀ ਦਿੱਤਾ, ਅਤੇ ਕੋਈ ਪੁੱਛਣ ਵਾਲਾ ਨਹੀਂ ਹੈਗਾ। ਤੁਸੀਂ ਕੀ CIA, ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਜਿਹੜਾ CIA ਦੇ ਵਿੱਚ ਤੁਸੀਂ ਸੈਕਟਰ 11 ਦੇ ਵਿੱਚ ਤੁਹਾਨੂੰ ਕਿੰਨਾ ਚਿਰ ਰੱਖਿਆ ਗਿਆ, ਅਤੇ ਉਸ ਤੋਂ ਬਾਅਦ ਕਿੱਥੇ ਲਿਜਾਇਆ ਗਿਆ ਤੁਹਾਨੂੰ, ਅਤੇ ਕਿਵੇਂ ਤੁਹਾਡੀ ਰਿਹਾਈ ਹੋਈ ਹੈ? ਅਤੇ ਇਸ ਦੌਰਾਨ ਤੁਹਾਡੇ ਨਾਲ ਜਿਸ ਤਰੀਕੇ ਦਾ ਵਤੀਰਾ ਹੁੰਦਾ ਸੀ ਕਿ ਖਾਣਾ ਪਾਣੀ ਤੁਹਾਨੂੰ ਸਹੀ ਤਰੀਕੇ ਨਾਲ ਮਿਲਦਾ ਸੀ, ਟਾਈਮ ਸਿਰ ਮਿਲਦਾ ਸੀ? ਦੇਖੋ, ਖਾਣਾ ਕੀ ਖਾਣਾ, ਖਾਣ ਨੂੰ ਤਾਂ ਦਿਲ ਹੀ ਨਹੀਂ ਕਰਦਾ ਸੀ ਉੱਥੇ ਵੀ, ਇੰਨਾ ਕਰਨਾ ਦੇਣਾ ਕੀ ਹੈ ਨਾ। ਉੱਥੇ ਤਾਂ ਪਤਾ ਨਹੀਂ ਲੱਗ ਸਕਦਾ ਕਦ ਦਿਨ ਚੜ੍ਹੇ ਅਤੇ ਕਦੋਂ ਰਾਤ ਹੈ, ਕਿਉਂਕਿ ਅੱਖਾਂ 'ਤੇ ਪੱਟੀਆਂ ਵੀ ਬੰਨੀਆਂ ਹੁੰਦੀਆਂ ਸੀ। ਅਤੇ ਘਰਦਿਆਂ ਨੂੰ ਪਤਾ ਲੱਗ ਚੁੱਕਿਆ ਸੀ ਤੁਹਾਡੇ ਕਿ ਇਸ ਤਰੀਕੇ ਨਾਲ ਤੁਹਾਨੂੰ ਲੈ ਕੇ ਗਏ ਨੇ ਉੱਥੇ? ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਤੁਹਾਨੂੰ ਛਡਾਉਣ ਦੀ ਉਸ ਵਕਤ? ਹਾਂਜੀ, ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ। ਨੈਕਸਟ ਡੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਬਈ ਉਸੇ ਮਤਲਬ ਰਾਤ ਜਦ ਅਸੀਂ ਨਹੀਂ ਘਰ ਪਹੁੰਚੇ, ਅਤੇ ਉਹਨਾਂ ਨੂੰ ਪਤਾ ਲੱਗਿਆ ਸੀ ਫਿਰ ਕੋਈ ਨਾ ਕੋਈ ਗੱਲ ਹੋ ਗਈ ਆ। ਅਤੇ ਫਿਰ ਉਹਨਾਂ ਨੇ ਪਤਾ ਕਰਾਇਆ, ਉਹ ਮੇਰੇ ਘਰਦਿਆਂ ਦੇ ਹੀ ਅਪਰੋਚ ਨਾਲ ਹਾਈ ਕੋਰਟ ਤੋਂ ਜਿਹੜਾ ਰੇਡ ਪਈ, ਔਰ ਫਿਰ ਜਿਹੜਾ ਕਿ ਬਈ ਫਿਰ ਕਈ ਹੋਰ ਵੀ ਮੇਰੇ ਮਦਰ ਨੇ ਕਈਆਂ ਨੂੰ ਅਪਰੋਚ ਪਾ ਕੇ, ਅਤੇ ਕਈ ਉੱਥੇ ਬੰਦੇ ਘੱਲੇ ਆਫਿਸਰਸ ਕਿ ਬਈ ਕਿੱਦਾਂ ਕਿ ਇਹਨੂੰ ਰਿਹਾ ਕੀਤਾ ਜਾਏ। ਮੇਰੀ ਮਦਰ ਨੇ ਬਹੁਤ ਪੈਸਾ ਵੀ ਫੂਕਿਆ ਅਤੇ ਬੜੀਆਂ ਉਹਨਾਂ ਨੇ ਅਪਰੋਚਾਂ ਵੀ ਲਗਾਈਆਂ। ਮੇਰੇ ਮਦਰ ਇੱਕੋ ਕਹਿੰਦੇ ਸੀ ਵੀ ਇਹਨੂੰ ਮਾਰਿਓ ਨਾ, ਇਹਦੇ 'ਤੇ ਕੇਸ ਜਿੰਨੇ ਮਰਜ਼ੀ ਪਾ ਦਿਓ। ਨਿਰਪ੍ਰੀਤ ਜੀ, ਤੁਸੀਂ ਇਹ ਵੀ ਜ਼ਿਕਰ ਕੀਤਾ ਇੱਕ ਇੰਟਰਵਿਊ ਦੇ ਵਿੱਚ ਕਿ ਤੁਹਾਨੂੰ ਮਨੀਮਾਜਰੇ ਲੈ ਕੇ ਆਇਆ ਗਿਆ ਸੀਗਾ ਇਹਨਾਂ ਦਿਨਾਂ ਦੇ ਵਿੱਚ। ਸੋ ਉਹ ਮਨੀਮਾਜਰੇ ਕਿਉਂ ਗਏ ਸੀ? ਕਿ ਇੱਥੇ ਜਿਹੜੀ ਤਸ਼ੱਦਦ ਹੋ ਰਿਹਾ ਸੀ ਉਹ ਘੱਟ ਪੈ ਰਿਹਾ ਸੀ, ਜਾਂ ਉੱਥੇ ਕੋਈ ਜਾ ਕੇ ਕੋਈ ਕੁਝ ਹੋਰ ਤੁਹਾਡੇ ਤੋਂ ਗਲਵਾਉਣਾ ਚਾਹੁੰਦੇ ਸੀ? ਉਹ ਕੀ ਸੀਗਾ, ਉਹ ਕਿਉਂ, ਰੀਜ਼ਨ ਕੀ ਆ ਉਹਦਾ? ਇਹ ਨਹੀਂ ਮੈਨੂੰ ਪਤਾ ਵੀ ਦੇਖੋ, CIA ਸਟਾਫ ਹੋਰ ਵੀ ਲੋਕੀ ਸੀ, ਪਤਾ ਨਹੀਂ ਕੀ ਹੈ, ਹੋ ਸਕਦਾ ਇੱਥੇ ਉਹ ਪੁੱਲਾ ਨਹੀਂ ਲਿਆਉਣਾ ਚਾਹੁੰਦੇ ਸੀ ਜਾਂ ਕੀ ਗੱਲ ਆ। ਇਹ ਇੱਥੋਂ ਮੈਨੂੰ ਲੈ ਗਏ ਮਨੀਮਾਜਰੇ, ਮੈਨੂੰ ਉੱਥੇ ਲੈ ਕੇ ਮਨੀਮਾਜਰੇ ਲੈ ਕੇ ਉੱਥੇ ਬੇਸਮੈਂਟ 'ਚ ਉੱਥੇ ਲਿਜਾ ਕੇ, ਕੀ ਹੋ ਸਕਦਾ ਇਹਨਾਂ ਦੀ ਹੋਏ ਕਿ ਵੀ ਇਹਨੂੰ ਕਰਦੇ ਨੇ, ਕਿਉਂਕਿ ਇਹਨਾਂ ਨੇ ਉਸ ਵੇਲੇ ਸੀਤਾਰਾਮ ਨੂੰ ਵੀ ਬੁਲਾਇਆ ਸੀ, SSP ਸੀਤਾਰਾਮ ਨੂੰ ਵੀ ਨਾ, ਉਹ ਵੀ ਮੈਨੂੰ ਮਿਲਣ ਆਏ ਸੀ, ਕਿਉਂਕਿ
ਚਾਹੇ ਕੁਛ ਵੀ ਹੈ ਨਾ, ਮੇਰੇ ਇਨ-ਲॉज ਜਿਹੜੇ ਮੇਰੇ ਹਸਬੈਂਡ ਸੀ ਜਿਹੜੇ ਬੈਰਾਗੀ, ਉਹਨਾਂ ਦੀ ਰਿਸ਼ਤੇਦਾਰੀ ਸੀ ਉਹਨਾਂ ਨਾਲ, ਕੁਛ ਨਾ ਦੂਰੋਂ ਰਿਸ਼ਤੇਦਾਰੀ ਸੀ। ਉਹਨਾਂ ਨੇ ਮੇਰੀ 88 'ਚ ਵੀ ਹੈਲਪ ਕੀਤੀ ਸੀ। ਅਤੇ ਉਹਨੇ ਉੱਧਰੋਂ ਪੈਸੇ ਅੰਮ੍ਰਿਤਸਰ ਤੋਂ ਆਏ ਸੀ, ਪਤਾ ਨਹੀਂ ਕਿੱਥੇ ਤੋਂ, ਉੱਥੋਂ ਲੱਗ ਗਏ ਸੀ। ਅਤੇ ਉਹਨਾਂ ਨੂੰ ਇਹਨਾਂ ਨੇ ਬੁਲਾਇਆ ਸੀ ਆਪਣੇ ਵੱਲੋਂ, ਇਹਨੇ ਕਿਉਂਕਿ ਉਹਨੂੰ ਪਤਾ ਲੱਗੇ ਸੀ ਹੁਣ ਅਪਰੋਚਾਂ ਪੈ ਰਹੀਆਂ ਕਿ ਵੀ ਇਹ ਲੈ ਜਾਵੇ ਤਾਂ ਵੀ ਉੱਥੇ ਜਾ ਕੇ ਮਾਰਦੇ, ਵੀ ਇੱਥੇ ਇਹਨੇ ਕਰਨਾ, ਵੀ ਕਿ ਉੱਧਰ ਖ਼ਤਮ ਕਰਦੇ ਇਹਨੂੰ। ਉਹਦੇ ਦਿਮਾਗ 'ਚ ਇਹ ਸੀ ਕਿ ਵੀ ਇਹਨੂੰ ਖ਼ਤਮ ਕਰਨਾ ਹੈ, ਕਿ ਵੀ ਕਿਸ ਤਰ੍ਹਾਂ ਕਰਦੇ, ਆਪਣੇ ਗਲੋਂ ਲਾ ਕੇ ਵੀ ਉੱਧਰ ਉੱਥੇ ਖ਼ਤਮ ਹੈ। ਪਰ ਸੀਤਾਰਾਮ ਨੇ ਮਨਾ ਕਰਤਾ ਸੀ ਕਿ ਵੀ ਮੈਂ ਨਹੀਂ ਲੈ ਕੇ ਜਾਣਾ, ਵੀ ਇਹਦਾ ਉੱਥੇ ਕੋਈ ਕੇਸ ਨਹੀਂ ਹੈਗਾ, ਮੈਂ ਕਿਉਂ ਲੈ ਕੇ ਜਾਵਾਂ, ਮੈਂ ਨਹੀਂ ਲੈ ਕੇ ਜਾਣਾ, ਇਹ ਤਾਂ ਦਿੱਲੀ ਰਹਿੰਦੀ ਹੈ ਔਰ ਮੈਂ ਇਹਦੇ ਇਨ-ਲॉज ਨੂੰ ਜਾਂਦਾ। ਉਹਨੇ ਇਹ ਵੀ ਦੱਸਦੇ ਸੀ ਸਰ, ਮੇਰੀ ਦੱਸਦਾ ਸੀ ਕਿ ਮੇਰੀ ਰਿਸ਼ਤੇਦਾਰੀ ਹੈ ਇਹਨਾਂ ਦੇ ਨਾਲ, ਵੀ ਇਹਦੇ ਇਨ-ਲॉज ਦੇ ਨਾਲ ਮੇਰੀ ਰਿਸ਼ਤੇਦਾਰੀ ਹੈ, ਰਿਸ਼ਤੇਦਾਰਾਂ 'ਚ ਸਾਨੂੰ ਪਤਾ ਵੀ ਇਹ ਤਾਂ ਦਿੱਲੀ ਰਹਿੰਦੀ, ਇੱਥੇ ਆਉਂਦੀ ਵੀ ਨਹੀਂ ਹੈ। ਉਸ ਤੋਂ ਬਾਅਦ ਫਿਰ ਕੋਈ ਫਰਕ ਗੱਲ ਹਜ਼ਮ ਨਹੀਂ ਹੋਈ, ਗੁੱਸਾ ਚੜਿਆ ਉਹਨੂੰ, ਇਹ ਗੱਲ ਹਜ਼ਮ ਨਹੀਂ ਹੋਈ। ਫਿਰ ਉਹਨੇ ਮੈਨੂੰ ਇੰਟਰੋਗੇਟ, ਫਿਰ ਦੁਬਾਰਾ ਨੇ ਮੈਨੂੰ ਆਪ ਕੁੱਟਿਆ। ਅੱਛਾ, ਇਸ ਗੱਲ ਦਾ ਕੋਈ ਉਹਨਾਂ ਨੇ ਅਸਰ ਨਹੀਂ ਕਬੂਲਿਆ ਕਿ ਉਹ ਇੰਨਾ ਕੁਝ ਸਿਫਾਰਿਸ਼ ਵੀ ਪਾ ਰਹੇ ਆ? ਕभी ਇਹ ਗੱਲ ਕਹੀ ਨੇ। ਫਿਰ ਇੱਕ ਆਫਿਸਰ ਹੋਰ ਆਏ ਸੀ, ਮੈਨੂੰ ਉਹਨਾਂ ਦਾ ਨਹੀਂ, ਮੇਰੀ ਅੱਖ 'ਤੇ ਪੱਟੀ ਬੰਨੀ ਹੈ, ਮੈਨੂੰ ਨਹੀਂ ਉਹਨਾਂ ਦਾ ਪਤਾ। ਉਹਨਾਂ ਨੇ ਆਖਿਆ, ਉਹਨਾਂ ਨੂੰ ਇਹ ਗੱਲ ਆਖੀ, ਉਹਨਾਂ ਨੇ ਇਹ ਗੱਲ ਕਹਿੰਦੇ ਸੈਣੀ ਇਹਦੇ 'ਤੇ ਕੇਸ ਨਾ ਪਾਈ। ਸਰ ਇਹ ਗੱਲ ਆਖੀ ਸੀ, ਉਹ ਮੇਰੇ ਖਿਆਲ ਨਾਲ ਤੂੰ ਸੀਨੀਅਰ ਹੋਏਗਾ, ਉਹਨੇ ਸੈਣੀ ਇਹਦੇ 'ਤੇ ਕੇਸ ਨਾ ਪਾਈ, ਮੈਂ ਉਹਨੂੰ ਜਾਂਦਾ। ਕਹਿੰਦੇ ਜਾਂ ਇਹਨੂੰ ਇਲੀਮੀਨੇਟ ਕਰ ਦੇ, ਮਤਲਬ ਕਿ ਖਤਮ ਹੀ ਕਰ ਦੇ, ਹਾਂ, ਜਾਂ ਤਾਂ ਇਹਨੂੰ ਇਲੀਮੀਨੇਟ ਕਰ ਦੇ ਅਤੇ ਜਾਂ ਫਿਰ ਛੱਡ ਦੀ, ਵਿੱਚ ਇਹਨੂੰ ਵਿੱਚ ਵਿਚਾਲੇ ਨਾ ਰੱਖੀ। ਹਰਪ੍ਰੀਤ ਜੀ, ਉਸ ਵਕਤ ਤੁਹਾਡੇ ਦਿਮਾਗ ਦੇ ਵਿੱਚ ਕੀ? ਉਸ ਵਕਤ ਇਹਦੇ ਦਿਮਾਗ 'ਚ ਆਉਣਾ। ਫਿਰ ਇਹ ਮੈਨੂੰ 11 ਸੈਕਟਰ ਲੈ ਕੇ ਗਿਆ, ਫਿਰ ਉੱਥੇ ਕੀਤਾ, ਉੱਥੇ ਇਹਨਾਂ ਨੇ ਮੈਨੂੰ ਇੰਟਰੋਗੇਟ ਕੀਤਾ। ਦੇਖੋ ਪਤਾ ਸੀ ਇਹਦਾ ਮਤਲਬ, ਉਹ ਪੁਲਿਸ ਵਾਲੇ ਨੂੰ ਫਿਰ ਪਤਾ ਲੱਗ ਗਿਆ ਸੀ ਕਿ ਵੀ ਇਹ ਗੱਲ ਹੋਈ ਆ, ਕਿ ਵੀ ਉਹ ਤੱਦੇ ਉਹਨੇ ਬਾਹਰ ਇਨਫੋਰਮੇਸ਼ਨ ਦਿੱਤੀ ਵੀ ਅੱਜ ਲੈ ਕੇ ਇਹਨੂੰ ਮਾਰ ਦੇਣਾ ਵੀ ਇੱਦਾਂ, ਅਤੇ ਉਹਨਾਂ ਨੇ ਫਾਇਰਿੰਗ ਕਰਤੀ। ਕਿਸਮਤ ਚੰਗੀ ਆ ਕਿ ਵੀ ਇਹ ਭੱਜੇ ਉੱਥੋਂ, ਮੈਨੂੰ ਨਾਲ ਲੈ ਤੇ ਫਿਰ ਇਹਨੇ ਫਿਰ ਤਾਂ ਉਸ ਤੋਂ ਜ਼ਿਆਦਾ ਹੀ ਮੇਰੇ 'ਤੇ ਕਹਿਰ ਢਾਇਆ ਨਾ। ਫਿਰ ਤਾਂ ਬਹੁਤ ਹੀ ਜ਼ਿਆਦਾ ਇਹਨੇ ਅਸ਼ਲੀਲ ਹਰਕਤਾਂ ਕੀਤੀਆਂ ਨਾ, ਅਤੇ ਕਰਵਾਈਆਂ ਕੋਲ ਕਰ ਜਾਣ ਕੇ, ਜਿਹੜੇ ਪੁਲਿਸ ਵਾਲੇ ਨਹੀਂ ਕਰਦੇ, ਜਿਹਨਾਂ ਨੂੰ ਕਹਿੰਦੇ ਸੀ ਕਹਿੰਦਾ ਨਾ, ਫਿਰ ਉਹਨਾਂ ਨੂੰ ਗਾਲਾਂ ਕੱਢਦਾ ਆਪ ਕਰਕੇ ਨਾ, ਫਿਰ ਆਪ ਕਰਦਾ ਸੀ। ਮਤਲਬ ਇੱਡਾ ਪਾਗਲ ਹੋਇਆ, ਸਿਗਰਟਾਂ ਪੀ ਜਾਣੀਆਂ, ਸ਼ਰਾਬਾਂ ਪੀ ਜਾਣੀਆਂ, ਇੱਦਾਂ ਕਰਨਾ। ਜੀ, ਜਿੱਦਾਂ ਅਸੀਂ ਸੁਣਿਆ ਵੀ ਹੈਗਾ, ਹੁਣ ਇਹ ਗੱਲਾਂ ਸਾਹਮਣੇ ਆਉਣ ਲੱਗੀਆਂ ਨੇ ਕਿ ਇਸ ਤਰੀਕੇ ਦੀ ਇੰਟਰੋਗੇਸ਼ਨ ਕਰਦੇ ਸੀ ਕਿ ਇੱਕ ਪਾਸੇ ਤੋਂ ਇੱਕ ਪੁਲਿਸ ਵਾਲਾ ਲੱਤ ਨੂੰ ਫੜਦਾ ਸੀ ਅਤੇ ਦੂਜੇ ਪਾਸੇ ਦੂਜਾ, ਅਤੇ ਬੰਦੇ ਦੀਆਂ ਲੱਤਾਂ ਪਾੜ ਦਿੰਦੇ ਸੀ, ਕਿ ਇਸ ਤਰੀਕੇ ਨਾਲ ਵੀ ਹੁੰਦੀ ਸੀ? ਮੇਰੇ ਨਾਲ ਜਾਂਦੇ, ਮੇਰੇ ਚੱਡੇ ਪਾੜਤੇ, ਮੈਨੂੰ ਇੱਦਾਂ ਫੜਿਆ ਔਰ ਮੈਨੂੰ ਥੱਲੇ ਸੁੱਟ ਕੇ, ਅਤੇ ਇੱਦਾਂ ਕਰਕੇ ਦੋਨੇ ਇੱਦਾਂ ਮੇਰੀ ਲੱਤ ਖਿੱਚ, ਮੇਰੀ ਚੀਕ ਨਿਕਲ ਗਈ। ਔਰ ਇੰਨਾ ਗੰਦ ਬਕਿਆ ਨੇ ਨਾ, ਮੈਂ ਕਹਿ ਨਹੀਂ ਸਕਦੀ ਇਹਨੇ ਕੀ ਬੋਲੇ। ਅਤੇ ਇਹ ਵੀ ਸੁਣਨ ਵਿੱਚ ਆਇਆ ਕਿ ਗੁਪਤ ਅੰਗਾਂ ਦੇ ਵਿੱਚ ਵੀ ਇਸ ਤਰੀਕੇ ਨਾਲ ਅਸੀਂ ਇੰਟਰਵਿਊ ਦੇ ਵਿੱਚ ਗੱਲ ਵੀ ਨਹੀਂ ਕਰ ਸਕਦੇ ਮੀਡੀਆ ਦੇ ਵਿੱਚ, ਟੀਵੀ ਦੇ ਉੱਤੇ, ਕਿ ਇਸ ਤਰੀਕੇ ਦੀ ਇੰਟਰੋਗੇਸ਼ਨ ਹੁੰਦੀ ਸੀਗੀ। ਹਾਂ, ਇੱਦਾਂ ਹੀ ਕਰਦੇ। ਇਹ ਕੀ ਕਈਆਂ ਨੇ ਕੀਤਾ ਹੋਣਾ, ਮੇਰੇ ਨਾਲ ਕਿਉਂ, ਮੇਰੇ ਤੋਂ ਜ਼ਿਆਦਾ ਵੀ ਕਈਆਂ ਨਾਲ ਹੋਇਆ। ਤੁਹਾਨੂੰ ਉਸ ਵਕਤ ਦੇਖੋ, ਬਲਵੰਤ ਮਲਤਾਨੀ ਦਾ ਜਿਹੜਾ ਪਤਾ ਲੱਗਿਆ, ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹ ਗਲਤ ਨਹੀਂ ਹੋਇਆ, ਉਹ ਵੀ ਗਲਤ ਤਰੀਕੇ ਨਾਲ ਇੰਟਰੋਗੇਟ ਕੀਤਾ। ਜਿਹੜਾ ਮਾਰਿਆ, ਅਤੇ ਉਹ ਦੇਖੋ ਕਿ ਉਹ ਕਿੰਨਾ ਗਲਤ ਕੀਤਾ। ਇਹਨਾਂ ਦਾ ਇਹੀ ਕੰਮ ਇਹਨਾਂ ਦਾ ਕਰਨਾ, ਇਹ ਕਰਦਾ ਹੀ ਇਸ ਤਰ੍ਹਾਂ ਸੀ, ਇਹਦਾ ਸਟਾਈਲ ਹੀ ਇਹੀ ਸੀ ਕੰਮ ਕਰਨ ਦਾ। ਸਟਾਈਲ ਸੀ ਇੱਦਾਂ। ਔਰ ਇਹ ਪਤਾ ਨਹੀਂ ਕਿੰਨਿਆਂ ਨੇ ਕਰਨਾ, ਸਾਰੇ ਦੇਖੋ ਇੱਕ ਸੈਣੀ ਨਹੀਂ ਹੈਗਾ ਸੀ, ਆਪਾਂ ਕਹੇ ਤਾਂ ਕਈ ਸੈਣੀ ਸੀ ਪੰਜਾਬ 'ਚ, ਇੱਕ ਨੇ ਨਹੀਂ ਕੀਤਾ। ਤੁਸੀਂ ਆਲਮ ਨੂੰ ਦੇਖ ਲਓ, ਗੋਬਿੰਦ ਰਾਮ ਨੂੰ ਦੇਖ ਲਓ, ਸਵਰਨ ਸਿੰਘ ਕੋਟਨੇ ਨੂੰ ਦੇਖ ਲਓ, ਜਿਹਦਾ ਨਾਂ ਬਕਰਾ ਮੱਖਣ ਜਲਾਦ ਨੂੰ ਦੇਖ ਲਓ, ਕਿੰਨੇ ਹੀ ਐਸੇ ਸੀ ਜਿਹੜੇ ਕਰਦੇ ਰਹੇ ਨੇ। ਤੁਸੀਂ ਨਾ ਸੀਤਾਰਾਮ ਨੇ ਵੀ ਕੀਤੇ ਨੇ ਇੰਟਰੋਗੇਸ਼ਨ, ਸੀਤਾਰਾਮ ਨੇ ਵੀ ਬੜੇ ਨੌਜਵਾਨ ਮੁੰਡੇ ਮਾਰੇ ਨੇ, ਇਹ ਨਹੀਂ ਅਸੀਂ ਕਹਿ ਸਕਦੇ ਨਹੀਂ ਕੀਤੇ, ਸਾਰੇ ਨੇ। ਕਿਹੜਾ ਇੱਕ ਬੰਦਾ ਦੱਸ ਦਿਓ ਜਿਹਨੇ ਨਹੀਂ ਕੀਤਾ। ਉਸ ਵੇਲੇ ਤਾਂ ਸਿਰਫ ਇਹ ਸੀ ਕਿ ਵੀ ਪੈਸੇ ਲਓ, ਅਹੁਦੇ ਲਓ, ਤਗਮੇ ਲਓ। ਜੇ ਅੱਜ ਗੱਲ ਕਰੀਏ, ਕਹਿੰਦੇ ਨਾ ਪੰਜਾਬ ਡੁੱਬਾ, ਸੱਚਾਈ ਹੈ ਨਾ ਜਿਹੜੀ, ਲੋਕਾਂ ਨੂੰ ਅੱਜ ਪਤਾ ਹੀ ਨਹੀਂ ਹੈ। ਕਹਿ ਦਿੰਦੇ ਨੇ ਪੰਜਾਬ ਕਰਜ਼ੇ ਥੱਲੇ ਆ, ਪੰਜਾਬ ਦੇ ਉੱਤੇ ਇੰਨਾ ਕਰਜ਼ਾ ਚੜ੍ਹ ਗਿਆ। ਉਹ ਕਰਜ਼ਾ ਕਿਉਂ ਚੜ੍ਹਿਆ? ਕਰਜ਼ਾ ਹੀ ਇਸ ਕਰਕੇ ਚੜ੍ਹਿਆ, ਸੈਂਟਰ ਨੂੰ ਤੇ ਨਾ, ਉਹ ਸੈਂਟਰ ਨੇ ਤਾਂ ਇਹਨਾਂ 'ਤੇ ਹੀ ਕਰਜ਼ਾ ਚੜ੍ਹਾਉਣਾ ਸੀ। ਇਹਨਾਂ ਦਾ ਇਹ ਸੀ ਉਸ ਵੇਲੇ ਜਿੰਨੇ ਮਰਜ਼ੀ, ਇਹਨਾਂ ਨੇ ਕਰਦੇ ਕੀ ਸੀ, ਇਹਨਾਂ ਨੇ ਮੈਂ ਕਰਨੇ ਮੁੰਡੇ ਮਾਰਨੇ ਜੀ, ਉਹਨਾਂ ਦੇ ਜੀ ਇੰਨਾ ਇਨਾਮ ਹੈ, ਨਜਾਇਜ਼ ਮਾਰ ਰੱਖੇ। ਉਹਨਾਂ ਨੇ ਕਹਿੰਦਾ ਇੰਨੇ ਪੈਸੇ ਦੇ ਦਿਓ ਜੀ, ਅਸੀਂ ਇਹ ਮਾਰੇ। ਨਜਾਇਜ਼ ਮੁੰਡੇ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਹੁੰਦਾ, ਜੀ ਇਹਦਾ 5 ਲੱਖ ਰੁਪਏ ਨਾਮ ਹੈ, ਇਹਦਾ 10 ਲੱਖ ਹੈ, ਨਾਲ ਜੀ ਪੈਸੇ ਲੈਣ, ਨਾਲ ਮੁੰਡੇ ਮਾਰ ਦੇਣੇ, ਨਾਲੇ ਆਪਣਾ। ਇਹਨਾਂ ਦਾ ਇਹੀ ਕੰਮ ਸੀ।
ਉਹ ਜਿਹੜੇ ਪੈਸੇ ਸੈਂਟਰ ਤੋਂ ਇਹ ਮੰਗਾਈ ਗਏ ਨੇ ਤੇ ਉਹੀ ਤਾਂ ਕਰਜ਼ੇ ਚੜੇ ਨੇ ਸਾਡੇ ਤੇ, ਹੋਰ ਕਰਜ਼ੇ ਕਿਹੜੇ ਚੜੇ ਨੇ। ਉਸ ਜਦੋਂ ਇਹ ਸਭ ਕੁਝ ਤੁਹਾਡੇ ਨਾਲ ਵਾਪਰ ਰਿਹਾ ਸੀਗਾ, ਦਿਮਾਗ ਦੇ ਵਿੱਚ, ਜ਼ਹਿਨ ਦੇ ਵਿੱਚ ਕੀ ਆ ਰਿਹਾ ਸੀ? ਕਦੇ ਆਉਂਦਾ ਸੀਗਾ ਕਿ ਕਿਸ ਚੀਜ਼ ਦੀ ਸਜ਼ਾ ਮਿਲ ਰਹੀ ਹੈ? ਕਦੇ ਆਪਣੇ ਆਪ ਤੋਂ, ਆਤਮਾ ਤੋਂ ਇਹ ਸਵਾਲ ਪੁੱਛਦੇ ਸੀਗੇ ਤੁਸੀਂ ਵੀ ਹੋ ਕੀ ਰਿਹਾ ਮੇਰੇ ਨਾਲ, ਕਿਸ ਚੀਜ਼ ਦੀ ਸਜ਼ਾ ਕੀ ਮਿਲ ਰਹੀ ਹੈ, ਕਿਸ ਚੀਜ਼ ਦੀ? ਦੇਖੋ ਮੈਂ ਪੜ੍ਹੀ ਲਿਖੀ ਹੋ ਕੇ ਮੈਨੂੰ ਤਾਂ ਇੰਨਾ ਪਤਾ, ਹੁਣ ਤਾਂ ਸਾਰੇ ਜਾਗਰੂਕ ਹੋ ਗਏ ਨੇ। ਪਹਿਲੀ ਗੱਲ ਤਾਂ ਅਸੀਂ ਸਿੱਖ ਹਾਂ, ਸਾਨੂੰ ਇਸ ਚੀਜ਼ ਦੀ ਸਜ਼ਾ ਮਿਲ ਰਹੀ ਹੈ। ਦੂਸਰਾ ਹੈ ਕਿ ਬਈ ਸਭ ਨੂੰ ਪਤਾ ਹੈ ਮਾਰਸ਼ਲ ਕੌਮ ਹੈ, ਡਰਨ ਵਾਲੀ ਨਹੀਂ ਹੈ। ਔਰ ਸਭ ਨੂੰ ਪਤਾ ਹੈ ਕभी ਪੰਜਾਬ ਦੇ ਹਿੰਦੁਸਤਾਨ ਦਾ ਬਟਵਾਰਾ ਨਹੀਂ ਹੋਇਆ, ਪੰਜਾਬ ਦਾ ਬਟਵਾਰਾ। ਇਹਨਾਂ ਨੂੰ ਇੱਦਾਂ ਖ਼ਤਮ ਕਰੋ ਕਿ ਦੁਬਾਰਾ ਸਿਰ ਨਾ ਚੱਕਣ, ਆਪਣਾ ਪੰਜਾਬ ਨਾ ਮੰਗਣ। ਅਸਲ ਮੇਨ ਗੱਲ ਇਹ ਹੈ। ਤੀਸਰਾ ਜਿਹੜਾ ਹੈਗਾ ਸੀ ਵੀ ਇਹ ਜਿਹੜਾ ਕੰਮ ਹੋਇਆ ਕਿਹੜੀ ਗੱਲੋਂ ਹੋਇਆ, ਸਾਡੇ ਲੋਕੀ ਜਿਹੜੇ ਕੁਰਸੀਆਂ ਦੇ ਭੁੱਖੇ, ਜਿਹੜੇ ਸਾਡੇ ਲੀਡਰ ਨੇ, ਉਹਨਾਂ ਨੂੰ ਆਪਣੀਆਂ ਕੁਰਸੀਆਂ ਬਚਾਉਣ ਦੇ ਖਾਤਰ ਉਹਨਾਂ ਨੇ ਗਰਮ, ਸਾਨੂੰ ਹੁਣ ਗਰਮ ਖਿਆਲੀ ਕਹਿੰਦੇ ਨੇ, ਉਹਨਾਂ ਨੇ ਇੰਨੀਆਂ ਗਰਮ ਸਪੀਚਾਂ ਦੇ ਕੇ ਭਾਵੁਕ ਲੋਕਾਂ ਨੂੰ ਕਰਕੇ ਔਰ ਨੌਜਵਾਨ ਮੁੰਡਾ ਮਰਵਾਤਾ, ਆਪਣੇ ਬੱਚੇ ਬਾਹਰ ਭੇਜਤੇ, ਆਪਣੇ ਮੁੰਡੇ ਬਾਹਰ ਭੇਜਤੇ, ਲੋਕਾਂ ਦਾ ਕਰਤਾ। ਅੱਜ ਉਹੀ ਕੁਰਸੀਆਂ ਮੰਨ ਰਹੇ ਨੇ, ਕੁਰਸੀਆਂ ਦਾ ਆਨੰਦ ਉਹੀ ਲੈ ਰਹੇ ਨੇ। ਅਸੀਂ ਤੇ ਲੋਕੀ ਫਿਰ ਵੀ ਧੱਕੇ ਹੀ ਖਾ ਰਹੇ ਹਾਂ। ਬਿਲਕੁਲ, ਇਹ ਵੀ ਇੱਕ ਪੱਖ ਹੈਗਾ ਕਿ ਬਹੁਤ ਸਾਰੇ ਇਹੋ ਜਿਹੇ ਆਗੂ ਸਾਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਭਾਵਨਾਤਮਕ ਤੌਰ ਦੇ ਉੱਤੇ ਇਹ ਕਿਹਾ ਕਿ ਤੁਸੀਂ ਆਪਣੀ ਸ਼ਹੀਦੀਆਂ ਦਿਓ, ਤੁਸੀਂ ਕੌਮ ਲਈ ਕੁਝ ਕਰਨਾ, ਪਰ ਆਪ ਕੁਝ ਨਹੀਂ ਕੀਤਾ, ਆਪ ਆਪਣੇ ਬੱਚੇ ਜਿਹੜੇ ਬਚਾ ਕੇ ਰੱਖੇ ਆ। ਸੋ ਮੈਮ ਤੁਸੀਂ ਤੁਹਾਡੇ ਨਾਲ ਜੋ ਹੁਣ ਤਸ਼ੱਦਦ ਹੋ ਰਿਹਾ ਸੀਗਾ, ਇੰਨਾ ਕੁਝ ਹੋ ਰਿਹਾ ਸੀਗਾ, ਅਤੇ ਉਸ ਤੋਂ ਬਾਅਦ ਜਿੱਦਾਂ 8 ਦਿਨ ਤੁਸੀਂ ਤਾਂ ਕਹਿੰਦੇ ਹੋ ਕਿ ਤੁਹਾਨੂੰ ਰੱਖਿਆ ਗਿਆ, ਉੱਥੇ ਇੰਟਰੋਗੇਸ਼ਨ ਹੋਈ ਹੈ, ਅਤੇ 8 ਦਿਨ ਬਾਅਦ ਤੁਹਾਨੂੰ ਉਹਨਾਂ ਨੇ ਰਿਹਾ ਕਿਵੇਂ ਕੀਤਾ ਫਿਰ? ਅਤੇ ਉਸ ਤੋਂ ਬਾਅਦ ਬਾਅਦ ਦੀ ਜੇ ਮੈਂ ਗੱਲ ਕਰਾਂ ਤਾਂ ਇਹਨਾਂ ਕੁਝ ਹੋ ਕੇ ਤੁਸੀਂ ਆਵਾਜ਼ ਕਿਉਂ ਨਹੀਂ ਚੁੱਕੀ ਕਿ ਮੇਰੇ ਨਾਲ ਐਡਾ ਕੁਝ ਹੋਇਆ, ਮੇਰਾ ਕਸੂਰ ਕੁਝ ਨਹੀਂ ਹੈਗਾ, ਕਿ ਇਸ ਬੰਦੇ 'ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ, ਕਿ ਕਿਉਂਕਿ ਤੁਹਾਡੇ ਵਾਂਗੂ ਹੋਰ ਵੀ ਬਹੁਤ ਸਾਰੇ ਲੋਕੀ ਹੋ ਗਏ। ਆਵਾਜ਼ ਮੈਂ ਕੀ ਚੱਕਣੀ ਸੀ? ਇਹਨੇ ਇੱਧਰੋਂ ਤਾਂ ਮੈਨੂੰ ਛੱਡਤਾ, ਇੱਧਰੋਂ ਮੈਨੂੰ ਛੱਡਤਾ ਤਾਂ ਉਧਰ ਦਿੱਲੀ ਇਨਫੋਰਮੇਸ਼ਨ ਦਿੱਤੀ। ਰਾਠੀ ਹੁੰਦਾ ਸੀ ਆਪਣਾ ਐਨਕਾਊਂਟਰ ਸਪੈਸ਼ਲਿਸਟ। ਮਾਫੀ ਚਾਹਾਂਗਾ ਤੁਹਾਨੂੰ ਰੋਕਣ ਲਈ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਦੋਂ ਇੰਟਰੋਗੇਸ਼ਨ 'ਚ ਤੁਸੀਂ ਇਹੋ ਜਿਹੇ ਇੰਨੇ ਵੱਡੇ ਸੰਤਾਪ ਤੋਂ ਨਿਕਲੇ ਹੋ, ਅਤੇ ਸਰੀਰ ਦੀ ਹਾਲਤ ਉਸ ਵਕਤ, ਮਾਨਸਿਕ ਹਾਲਤ ਕਿਹੋ ਜਿਹੀ ਸੀਗੀ? ਬਹੁਤ ਬੁਰੀ ਹਾਲ ਸੀ। ਮੇਰੇ ਬ੍ਰਦਰ ਨਾਲ ਸੀ, ਕਿਉਂਕਿ ਮੈਂ ਬ੍ਰਦਰ ਨੂੰ ਸ਼ੋਅ ਕੀਤਾ ਸੀ ਇਹ ਡਰਾਈਵਰ ਹੈ ਸਾਡਾ, ਵੀ ਅਸੀਂ ਗੱਡੀ ਹਾਇਰ ਕੀਤੀ ਹੈ, ਵੀ ਡਰਾਈਵਰ ਅਸੀਂ ਬਾਹਰੋਂ ਲਈਏ, ਸਾਨੂੰ ਨਹੀਂ ਪਤਾ। ਅਤੇ ਅਸੀਂ ਇੱਥੋਂ ਜਦੋਂ ਨਿਕਲੇ ਹਾਂ, ਸਾਨੂੰ ਸਾਰਿਆਂ ਨੂੰ ਛੱਡਿਆ, ਅਤੇ ਸਾਨੂੰ ਪੰਜਾਬ ਦੇ ਚੰਡੀਗੜ੍ਹ ਦਾ ਨਾ, ਅਤੇ ਜ਼ੀਰੋ ਕ੍ਰੋਸ ਕਰਾ ਕੇ ਨਾ, ਪੰਜਾਬ ਕ੍ਰੋਸ ਕਰਾ ਕੇ ਅਤੇ ਫਿਰ ਛੱਡਿਆ। ਅਤੇ ਅਸੀਂ ਥੋੜ੍ਹਾ ਅੱਗੇ ਗਏ ਅਤੇ ਹਰਿਆਣੇ ਦੇ ਵਿੱਚ ਜਦੋਂ ਐਂਟਰ ਕੀਤੇ ਹਾਂ, ਅਤੇ ਅਸੀਂ ਇੱਕ ਜਗ੍ਹਾ ਰੁਕੇ ਹਾਂ ਜਗ੍ਹਾ 'ਤੇ, ਅਤੇ ਉੱਥੇ ਗੱਲ ਹੋਈ, ਅਤੇ ਮੇਰੇ ਬ੍ਰਦਰ ਨੇ ਕਿਹਾ ਕਿ ਬਈ ਦੀਦੀ ਮੈਨੂੰ ਨਹੀਂ ਲੱਗਦਾ ਕਿ ਇਹਨੇ ਕੋਈ ਸ਼ਰਾਰਤ ਨਾ ਕੀਤੀ, ਕਿਤੇ ਉਹਨੂੰ ਇਹ ਸੀ ਕਿ ਵੀ ਕਹਿੰਦੇ ਇਹਨੇ ਕਿਤੇ ਬੰਦਾ ਨਾ ਭੇਜਿਆ ਹੋਏ ਜਾਂ ਫੋਨ ਨਾ ਕੀਤਾ ਹੋਏ। ਔਰ ਕਹਿੰਦੇ ਔਰ ਆਪਣੇ ਏਰੀਏ 'ਚ ਤਿਲਕ ਨਗਰ ਦੇ, ਕਹਿੰਦੇ ਆਪਣੇ ਏਰੀਏ 'ਚ ਤਾਂ ਰਾਠੀ ਆ, ਔਰ ਇਹਨੇ ਜ਼ਰੂਰ ਕੀਤਾ ਹੋਣਾ। ਕਹਿੰਦਾ ਉੱਥੇ ਇਹਨੇ ਫੋਨ ਕਰਤਾ ਹੋਣਾ ਫੋਨ 'ਤੇ, ਉੱਥੇ ਰਾਠੀ ਨੂੰ ਪਤਾ ਲੱਗ ਗਿਆ ਹੋਣਾ, ਕਿਉਂਕਿ ਰਾਠੀ ਨੇ ਅੱਗੇ 2-3 ਵਾਰੀ ਮੇਰੇ ਬ੍ਰਦਰ ਨੂੰ ਨਜਾਇਜ਼ ਹੀ ਤੰਗ ਕੀਤਾ। ਉੱਥੇ ਸਾਨੂੰ ਕਦੀ ਵੀ ਚੱਕ ਲੈਂਦੇ ਸੀ, ਕਦੋਂ ਵੀ, ਕਿਉਂਕਿ ਸੱਜਣ ਕੁਮਾਰ ਦਾ ਇੰਨਾ ਦਬਾਅ ਸੀ ਨਾ, ਗਵਾਹੀ ਬਦਲਾਉਣ ਕਰਕੇ ਸਾਨੂੰ ਇੱਦਾਂ ਤੰਗ ਕਰਦੇ ਸੀ। ਮਤਲਬ ਕਿ ਉਸ ਤੋਂ ਪਹਿਲਾਂ ਤੁਹਾਡੀ ਜਿਹੜੀ ਤੁਸੀਂ ਗਵਾਹੀ ਦਿੱਤੀ ਸੀਗੀ ਸੱਜਣ ਕੁਮਾਰ ਦੇ ਖਿਲਾਫ, ਉਹ ਦੇਤੀ ਸੀਗੀ ਤੁਸੀਂ? ਨਹੀਂ ਦਿੱਤੀ ਨਹੀਂ ਸੀ, ਵੀ ਬਿਆਨ ਤਾਂ ਦਿੱਤੇ ਸੀ ਨਾ ਅਸੀਂ, ਹਜੇ ਤਾਂ ਉਦੋਂ ਤੱਕ ਤੇ ਇਹਦੇ ਉੱਤੇ ਕੇਸ ਹੀ ਨਹੀਂ ਸੀ ਰਜਿਸਟਰਡ ਹੋ ਰਿਹਾ। ਅਤੇ ਸਾਨੂੰ ਇਹ ਸੀ ਕਿ ਬਈ ਸਾਨੂੰ ਉਹ ਤੰਗ ਕੀਤਾ ਜਾ ਰਿਹਾ ਸੀ। ਮੈਨੂੰ ਮੇਰੇ ਬ੍ਰਦਰ ਨੇ 900 ਰੁਪਏ ਦਿੱਤਾ, ਅਤੇ ਮੈਨੂੰ ਉੱਥੇ ਮੈਂ ਕਿਹਾ ਤੂੰ ਮੈਨੂੰ ਇੱਥੇ ਲਾ ਦੇ, ਤੁਸੀਂ ਜਾਓ। ਅਤੇ ਮੈਂ ਉੱਥੇ ਉਹ ਚਲੇ ਗਏ। ਇਹਨਾਂ ਨੇ ਗੱਡੀ ਹੀ ਟਰੇਸ ਆਊਟ ਕੀਤੀ, ਕਿ ਨੰਬਰ ਸਾਡਾ ਗੱਡੀ ਦਾ ਦਿੱਤਾ, ਸਾਨੂੰ ਪਤਾ ਜਿੱਦਾਂ ਹੀ ਗੱਡੀ ਗਈ ਆ ਦਿੱਲੀ ਬਾਰਡਰ 'ਤੇ ਪੁੱਜੀ ਆ, ਅਤੇ ਗੱਡੀ ਉਸੇ ਵੇਲੇ ਫੜ ਲਿਆ। ਮੇਰੇ ਬ੍ਰਦਰ ਨੂੰ ਵੀ ਫੜ ਲਿਆ ਨਾ, ਅਤੇ ਮੇਰੇ ਬ੍ਰਦਰ ਨੇ ਕਿਹਾ ਕਿ ਵੀ ਉਹ ਤਾਂ ਆਪਣੇ ਸਸੁਰਾਲ ਚਲੀ ਗਈ। ਅੱਛਾ ਜੀ, ਤੁਹਾਡੇ ਬ੍ਰਦਰ ਨੂੰ ਉੱਥੇ ਫੜ ਲਿਆ ਉਹਨਾਂ ਨੇ ਬਾਰਡਰ 'ਤੇ? ਦਿੱਲੀ ਬਾਰਡਰ 'ਤੇ ਹੀ। ਦਿੱਲੀ ਜਿੱਦਾਂ ਗਿਆ ਨਾ, ਵੀ ਉੱਥੇ ਉਹਨਾਂ ਨੇ ਬੰਦੇ ਪੁਲਿਸ ਵਾਲਿਆਂ ਨੇ ਕੀਤਾ, ਗੱਡੀ ਫੜ ਲਿੱਤੇ ਨਾ, ਅਤੇ ਜੋ ਮੈਂ ਨਹੀਂ ਕਿਹਾ, ਕਹਿੰਦੇ ਉਹ ਤਾਂ ਆਪਣੇ ਸਸੁਰਾਲ ਚਲੀ ਗਈ ਆ। ਅਤੇ ਹੁਣ ਇਹ ਕੀ ਕਰ ਸਕਦੇ, ਉਹਨਾਂ ਨੇ ਹੋ ਗਿਆ ਪੰਜਾਬ ਵੱਲ ਗਈ ਹੈ, ਇਹਨਾਂ ਦਾ ਤਾਂ ਤੁਸੀਂ ਜਾ ਦਿੱਲੀ ਰਹੇ ਸੀਗੇ? ਜਾ ਮੈਂ ਦਿੱਲੀ ਰਹੇ, ਪਰ ਮੈਂ ਉਹਦੇ 'ਚ ਹੈ ਹੀ ਨਹੀਂ ਸੀ, ਮੈਂ ਤਾਂ ਉੱਤਰ ਗਈ। ਫਿਰ ਮੈਂ ਵਾਇਆ ਉੱਧਰੋਂ ਨਿਕਲ ਕੇ, ਅਤੇ ਮੈਂ ਸਹਾਰਨਪੁਰ ਥਾਣੇ 'ਤੇ ਕਰਕੇ ਮੈਂ ਉੱਧਰੋਂ ਦਿੱਲੀ ਐਂਟਰ ਕਰ ਗਈ। ਫਿਰ ਜਦੋਂ ਔਰ ਮੈਂ ਜਦੋਂ ਘਰ ਗਈ ਤਾਂ ਉੱਥੇ ਦੁਨੀਆ ਬੜੀ ਖੜ੍ਹੀ ਸੀ, ਪਹਿਲਾਂ ਹੀ ਘਰ ਜਾਣਾ। ਮੈਂ ਤਾਂ ਇਸ 'ਤੇ
ਕਿਉਂਕਿ ਪਤਾ ਰੌਲਾ ਪੈ ਗਿਆ ਸੀ ਬ੍ਰਦਰ ਦਾ ਕਿ ਵੀ ਉਹਨਾਂ ਨੂੰ ਇੱਦਾਂ ਫੜ ਲਿਆ, ਚੱਕ ਲਿਆ। ਅਤੇ ਅਸੀਂ ਇਹ ਕੀਤਾ ਸੀ ਕਿ ਜਦੋਂ ਅਸੀਂ ਇੱਥੋਂ ਨਿਕਲੇ ਸੀ ਨਾ, ਅਸੀਂ ਕਿਉਂਕਿ ਸਾਡੇ ਘਰ ਵੀ ਲੈਂਡਲਾਈਨ ਲੱਗਾ ਹੋਇਆ ਸੀ, ਸਾਡਾ ਆਪਣਾ ਟੈਕਸੀ ਸਟੈਂਡ ਸੀ, ਅਸੀਂ ਉੱਥੇ ਵੀ ਫੋਨ ਕਰਤਾ ਕਿ ਵੀ ਅਸੀਂ ਇੱਥੋਂ ਨਿਕਲ ਗਏ ਹਾਂ। ਅਤੇ ਉਹਨਾਂ ਨੂੰ ਫਿਰ ਘਰਦਿਆਂ ਨੂੰ ਪਤਾ ਲੱਗਿਆ ਇਨਫੋਰਮੇਸ਼ਨਸ ਜਿਹੜੇ ਸਾਡੇ ਨੋਨ ਸੀ ਉਹਨਾਂ ਨੂੰ ਕਿਤੋਂ ਸਾਰੇ ਇਕੱਠੇ ਹੋਏ ਕभी ਇੰਨਾ ਟਾਈਮ ਲੱਗੇਗਾ ਆ ਜਾਣਗੇ ਸਾਰੇ ਸੀ। ਅਤੇ ਜੋ 2-3 ਘੰਟੇ ਉੱਤੇ ਹੋ ਗਏ ਅਤੇ ਪਤਾ ਸੀ ਮੇਰੇ ਤੋਂ ਵੱਡਾ ਉਹਦੇ ਸਾਰਿਆਂ ਨਾਲੋਂ ਛੋਟਾ ਬ੍ਰਦਰ ਸੀ, ਉਸ ਤੋਂ ਜਿਹੜਾ ਵੱਡਾ ਸੀ ਮੇਰੇ 2 ਬ੍ਰਦਰ ਸੀ, ਉਹ ਅਤੇ ਮੇਰੇ ਤਾਇਆ ਜੀ ਦੇ ਮੁੰਡੇ 5-6 ਜਣੇ ਉਹ ਆ ਗਏ ਸੀ ਦਿੱਲੀ ਬਾਰਡਰ 'ਤੇ। ਉਹਨਾਂ ਨੂੰ ਪਤਾ ਸੀ ਕੁਛ ਹੋਏਗਾ ਨਾ, ਅਤੇ ਉਹ ਪਿੱਛੇ ਗੱਡੀ ਲਗਾ ਲਈ ਸੀ ਪਾਣੀਪਤ ਤੋਂ ਉਹਨਾਂ ਨੇ, ਹੈ ਨਾ। ਕਹਿੰਦੇ ਵੀ ਅਸੀਂ ਨਾ ਵੀ ਤੁਹਾਨੂੰ ਦੇਖਾਂਗੇ। ਅਤੇ ਰਸਤੇ ਜਿੱਥੇ ਮਿਲਦਾ ਸੀ PCO ਅਸੀਂ ਉਹ ਤੋਂ STD ਕਾਲ ਤੋਂ ਅਸੀਂ ਕਾਲ ਕਰਦੇ ਦੱਸਦੇ ਸੀ। ਤੇ ਉਸ ਤੋਂ ਬਾਅਦ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਬ੍ਰਦਰ ਨੂੰ ਫੜ ਲਿਆ ਸੀਗਾ, ਫਿਰ ਉਹਨਾਂ ਨਾਲ ਵੀ ਕੋਈ ਇਸ ਤਰੀਕੇ ਦੀ ਕੋਈ ਘਟਨਾ ਉਹਨਾਂ ਨੇ ਪੁਲਿਸ ਵਾਲਿਆਂ ਨੇ ਹਰਕਤ ਕੀਤੀ ਸੀ, ਕੋਈ ਇੰਟਰੋਗੇਸ਼ਨ ਜਾਂ ਇਸ ਤਰੀਕੇ ਦਾ ਤਸ਼ੱਦਦ ਉਹਨਾਂ 'ਤੇ ਕਰਨ ਦੀ? ਬਹੁਤ ਪਹਿਲਾਂ ਇੰਟਰੋਗੇਟ ਕੀਤਾ, ਇੱਦਾਂ ਦੀ ਨਹੀਂ ਗੱਲ ਉਹਨੂੰ ਕੀਤਾ, ਉਹਦੇ ਵਿਚਾਰੇ ਦੀ ਡੈਥ ਵੀ ਹੋ ਗਈ ਆ ਇਸੇ ਕਰਕੇ ਇੰਟਰੋਗੇਸ਼ਨਾਂ ਕਰਕੇ। ਤੇ ਉਸ ਵਕਤ ਸਰੀਰ ਦੀ ਹਾਲਤ ਠੀਕ ਸੀ ਕਿ ਜਾਂ ਤੁਹਾਨੂੰ ਹਸਪੀਟਲਾਈਜ਼ ਕਰਨਾ ਪਿਆ, ਇਲਾਜ ਕਰਾਉਣਾ ਪਿਆ? ਮੈਂ ਉੱਥੋਂ ਨਿਕਲਿਆ ਨਾ, ਜਿੱਦਾਂ ਮੈਂ ਉਹੀ ਦੱਸ ਰਹੀ ਹਾਂ, ਮੈਂ ਗਈ ਅਤੇ ਪਤਾ ਲੱਗਿਆ ਨਾ ਮੇਰਾ ਬ੍ਰਦਰ ਤਾਂ ਅਜੇ ਪਹੁੰਚਿਆ ਨਾ, ਮੈਂ ਗਈ ਅਤੇ ਪਤਾ ਲੱਗਿਆ ਉਹਨਾਂ ਨੇ ਵਿਚਾਰਿਆਂ ਨੇ ਘਰੋਂ ਕਿੱਥੋਂ ਕੀਤਾ ਉਹਨਾਂ PCO ਫੋਨ ਕभी ਇੱਦਾਂ ਦਾ ਮੰਮੀ ਲੱਕੀ ਨੂੰ ਫੜ ਲਿਆ ਪਰ ਬੇਬੀ ਨਹੀਂ ਹੈਗੀ। ਅਤੇ ਇੰਨੀ ਦੇਰ ਨੂੰ ਮੈਂ ਉੱਥੇ ਪਹੁੰਚਿਆ ਤਾਂ ਦੇਖਿਆ ਉਹ ਫਟਾਫਟ ਨਾ ਇੱਕ ਹੈਪੀ ਸੇਠੀ ਮੁੰਡਾ ਸੀ, ਸਾਡਾ ਨੋਨ ਸੀ, ਮੇਰਾ ਬ੍ਰਦਰ ਹੀ ਬਣਿਆ ਸੀ ਸਾਡੇ, ਉਹ ਵੀ 84 ਦਾ ਸੀ। ਉਹ ਦੌੜਿਆ, ਉਹ ਫਟਾਫਟ ਉਹਨੇ ਨਾ ਮੈਨੂੰ ਇੱਦਾਂ ਖਿੱਚਿਆ, ਮੈਂ ਕਿਹਾ ਮੈਨੂੰ ਖਿੱਚ ਨਾ, ਅਤੇ ਕਿਉਂਕਿ ਨੀਲ ਨੂਲ ਕਾਫੀ ਪਏ ਸੀ, ਹੱਥ ਹੁੱਥ ਸੁੱਜੇ ਪਏ ਸੀ ਉਹਨੂੰ ਪਤਾ, ਅਤੇ ਉਹਨੇ ਮੈਨੂੰ ਚੱਕਿਆ ਅਤੇ ਦੂਸਰੀ ਗਲੀ ਨੂੰ ਦੌੜਿਆ। ਦੂਸਰੀ ਗਲੀ 'ਚ ਜਦ ਗਿਆ ਅਤੇ ਔਰ ਪਤਾ ਸਾਰੀ ਕਲੋਨੀ ਨੂੰ ਪਤਾ ਲੱਗ ਚੁੱਕਾ ਸੀ। ਉੱਥੋਂ ਕਿਸੇ ਦੀ ਗੱਡੀ ਖੜੀ, ਉੱਥੇ ਚਾਬੀ ਮੰਗੀ, ਚਾਬੀ ਸੀ ਮੈਨੂੰ ਉਹਦੇ 'ਚ ਬਿਠਾ ਕੇ ਉਹ ਲੈ ਗਿਆ। ਫਿਰ ਇੱਕ ਹੌਸਪੀਟਲ ਮੈਨੂੰ ਲੱਗੇ, ਉਹ ਸਾਡੇ ਨੋਨ ਸੀ, ਹੌਸਪੀਟਲ 'ਚ ਰੱਖਿਆ ਮੈਨੂੰ। ਫਿਰ ਉਹ ਹੌਸਪੀਟਲ ਵਾਲੇ ਸਾਡੇ ਜਾਣਦੇ ਸੀ ਮੇਰੇ ਫਾਦਰ, ਉਹ ਕਹਿੰਦੇ ਕਿ ਬਈ ਤੁਸੀਂ ਨਾ ਜਾਓ, ਉਹਨੂੰ ਕਹਿੰਦੇ ਹੁਣ ਇੱਥੇ ਨਾ ਆਇਓ, ਅਸੀਂ ਆਪਿਆਂ ਨੂੰ ਬਸ ਸਾਨੂੰ ਪਤਾ ਕੀ ਹੋਣਾ ਕੀ ਨਹੀਂ ਹੋਣਾ, ਇੱਥੇ ਨਾ ਆਇਓ, ਇਹਨੂੰ ਅਸੀਂ ਚੁੱਕਣ ਨਹੀਂ ਦਿੰਦੇ, ਇਹਨੂੰ ਠੀਕ ਕਰ ਲਈ, ਜਦ ਤੁਰਨ ਫਿਰਨ ਵਾਲੀ ਹੋਈ ਅਸੀਂ ਆਪੇ ਤੁਹਾਨੂੰ ਦੱਸ ਦਾਂਗੇ। ਮੈਂ 20 ਦਿਨ ਰਹੀ ਹਾਂ, ਤਾਂ 20 ਦਿਨਾਂ 'ਚ ਉਹਨਾਂ ਨੇ ਮੇਰੀ 20 ਦਿਨ ਤੁਹਾਨੂੰ ਹਸਪੀਟਲਾਈਜ਼ ਰੱਖਿਆ ਗਿਆ, ਅਤੇ ਬਾਅਦ 'ਚ ਤਾਂ ਮਤਲਬ ਕਿ ਪੂਰੇ ਉਸ 'ਚ ਆਉਣ 'ਤੇ ਤਾਂ ਵਕਤ ਨੋਬਰ ਨਾ ਹੋਣ ਦਾ ਸਮਾਂ ਲੱਗਦਾ ਹੈ। ਬਹੁਤ ਟਾਈਮ ਲੱਗਿਆ, ਮੈਨੂੰ 3-4 ਮਹੀਨੇ ਲੱਗ ਗਏ। ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਮਦਰ ਨੂੰ ਮਿਲੀ, ਮੇਰੇ ਮਦਰ ਨੇ ਮੈਨੂੰ ਪੈਸੇ ਦਿੱਤੇ ਕਿ ਵੀ ਕਿਤੇ ਟਿਕ ਕੇ ਬੈਠ ਜਾ, ਵੀ ਇੱਦਾਂ ਨਾ ਵੀ ਇੱਥੇ ਆਈ ਨਾ ਦੁਬਾਰਾ, ਵੀ ਤੇ ਰਾਠੀ ਤੇਰੇ ਮਗਰ ਪੈ ਤੈਨੂੰ ਮਾਰ ਦੇਣਾ। ਫਿਰ ਜਿਹੜੀ ਮੈਂ ਬੇਲ 'ਤੇ ਅਸੀਂ ਮੈਂ ਕਿੱਥੇ ਜਾਣਾ ਸੀ, ਕੀ ਕਰਨਾ ਸੀ, ਉਹ ਮੇਰੀ ਬੇਲ ਜੰਪ ਹੋ ਗਈ। ਕਿੰਨੀ ਕੁ ਵਾਰੀ ਚੱਲਣਾ, ਅਤੇ ਫਿਰ ਤਾਂ ਮੈਨੂੰ ਭਗੌੜਾ ਹੀ ਕੀਤਾ ਇਹਨਾਂ ਨੇ, ਅਤੇ ਮਤਲਬ ਟਾਈਮ ਹੀ ਨਹੀਂ ਮੈਨੂੰ ਮਿਲਿਆ। ਫਿਰ ਉਸ ਤੋਂ ਬਾਅਦ ਫਿਰ ਮੈਂ ਫੜੀ ਗਈ, ਫਿਰ ਘਰਦਿਆਂ ਨੇ ਸੋਚਿਆ ਕਿ ਇਹਨੂੰ ਬਾਹਰ ਵੀ ਕੱਢਦੀ ਹੈ। ਫਿਰ 93 'ਚ ਮੈਨੂੰ ਬਾਹਰ ਕੱਢਣ ਦਾ ਸੋਚਿਆ, ਪੈਸੇ ਲਗਾਏ, ਕਿਸੇ ਤਰ੍ਹਾਂ ਕੀਤਾ, ਪਰ ਕਹਿੰਦੇ ਵਿੱਚ ਮੁਖਬਰ ਹੈ, ਵਿੱਚੇ ਹੀ ਹੁੰਦੇ ਨੇ, ਕਿਸੇ ਨੇ ਮੁਖਬਰੀ ਕਰਤੀ, ਫੜੀ ਗਈ ਮੈਂ। ਤੁਹਾਨੂੰ ਡਰ ਵੀ ਲੱਗਦਾ ਸੀ ਕਿ ਐਡਾ ਕੁਛ ਇੰਨਾ ਖਤਰਨਾਕ ਬੰਦਾ ਹੈਗਾ, ਮਤਲਬ ਕਿ ਜਿੱਦਾਂ ਦੱਸ ਰਹੇ ਹਾਂ, ਸੁਣ ਰਹੇ ਹਾਂ ਅਸੀਂ, ਨਿਊਜ਼ ਦੇ ਵਿੱਚ ਹੁਣ ਆ ਰਿਹਾ ਹੈ, ਇਸ ਤੋਂ ਤਾਂ ਇਹ ਲੱਗਦਾ ਕਿ ਜਿਹੜੀ ਇਹਨਾਂ ਦੀ ਜ਼ਹਿਨੀਅਤ ਸੀ ਉਹ ਜਾਨਵਰਾਂ ਵਾਲੀ ਸੀ। ਸੋ ਕਦੇ ਮਨ 'ਚ ਡਰ ਵੀ ਲੱਗਦਾ ਸੀ ਕਿ ਜਿਹੜਾ ਮੈਨੂੰ ਫੇਰ ਨਾ ਕਦੇ ਕੈਪਚਰ ਕਰ ਲੈਣ, ਫੜ ਲੈਣ ਮੈਨੂੰ? ਨਹੀਂ, ਡਰ ਤਾਂ ਕੀ ਲੱਗਣਾ, ਮੈਂ ਤੁਹਾਨੂੰ ਦੱਸਾਂ, ਕभी ਇਹਨੇ ਮੈਂ ਡਰਦੀ ਸੀ ਜਦੋਂ ਉਹਨੇ ਪਰਮਾਤਮਾ ਦੀ ਬਖਸ਼ਿਸ਼ ਆ, ਮੈਂ ਡਰਦੀ ਨਹੀਂ ਸੀ, ਪਰ ਮੈਂ ਇੰਨੀ ਡਰ ਚੁੱਕੀ। ਉਹ ਜਿਹੜਾ ਇਹਨੇ ਵਾਕਿਆ ਕੀਤਾ ਨਾ ਮੇਰੇ ਨਾਲ ਨਾ, ਪਰ ਮੇਰਾ ਚੰਡੀਗੜ੍ਹ ਵੜਨ ਨੂੰ ਜੀਅ ਨਹੀਂ ਸੀ ਕਰਦਾ। ਮੈਂ ਤਾਂ 2010 'ਚ ਫੁਲਕਾ ਸਾਹਿਬ ਨੇ ਕਿਹਾ ਵੀ ਇੱਥੇ ਜਾਣਾ ਰਹਿਣਾ, ਔਰ ਬੇਟਾ ਇੱਥੇ ਪੜ੍ਹਦਾ ਸੀ ਸ਼ਿਵਾਲਿਕ 'ਚ, ਇੱਥੇ ਐਡਮਿਸ਼ਨ ਕਰਾਇਆ ਸੀ ਬੱਚੇ ਦਾ, ਫਿਰ ਇੱਥੇ ਰਹੇ, ਪਰ ਮੈਂ ਬਹੁਤ ਡਰਦੀ ਸੀ। ਉਸ ਤੋਂ ਪਹਿਲਾਂ ਉਦੋਂ ADGP ਹੁੰਦੇ ਸੀ, ਹੁਣ ਜਿਹੜੇ DGP ਰਿਟਾਇਰ ਹੋਏ ਨੇ ਸੁਰੇਸ਼ ਅਰੋੜਾ ਸਰ, ਉਹ ਬਹੁਤ ਅੱਛੇ ਨੇ ਨਾ। ਅੱਜ ਵੀ ਮੈਨੂੰ ਲੋੜ ਪੈਂਦੀ ਆ ਅਤੇ ਮੈਂ ਉਹਨਾਂ ਕੋਲ ਹੀ ਜਾਂਦੀ ਹਾਂ। ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਵੀ ਪੁਲਿਸ ਵਿੱਚ ਕੋਈ ਐ ਨਹੀਂ ਕਿ ਸਾਰੇ ਬੰਦੇ ਮਾੜੇ ਆ, ਪਰ ਜਿਸ ਤਰੀਕੇ ਨਾਲ ਸੁਮੇਧ ਸੈਣੀ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਰੋਲ ਪਲੇ ਕੀਤਾ, ਉਹ ਇੱਕ ਤਰੀਕੇ ਨਾਲ ਉਹਨਾਂ ਦੀ ਆਤਮਾ ਹੀ ਝੰਜੋੜ ਕੇ ਰੱਖ ਦਿੱਤੀ ਹੈ, ਜੋ ਹੁਣ ਸੁਣਨ ਵਿੱਚ ਮਿਲ ਰਿਹਾ। ਅਸੀਂ ਖਬਰਾਂ ਸੁਣਦੇ ਹਾਂ, ਸੁਣ ਵੀ ਮਤਲਬ ਕਿ ਅਸੀਂ ਸਾਡੇ ਕੰਨ ਦਿਲ ਕਰਦਾ ਕਿ ਕੰਨ ਨਹੀਂ ਬੰਦ ਹੋ ਜਾਣ, ਕਿਉਂਕਿ ਇਸ ਤਰੀਕੇ ਦਾ ਕਿ ਕੋਈ ਇਸ ਤਰੀਕੇ ਦੀ ਇੰਟੈਰੋਗੇਸ਼ਨ ਵੀ ਹੁੰਦੀ ਹੈ। ਮੈਮ, ਜੇ ਮੈਂ ਸਵਾਲਾਂ ਦੀ ਗੱਲ ਕਰਾਂ ਕਿ
ਉਹ ਤੁਹਾਡੇ ਨਾਲ ਕੀ ਸਵਾਲ ਪੁੱਛਦੇ ਸੀ, ਕੀ ਕੋਈ ਸਿੱਟਾ ਨਿਕਲੇ ਸੀ ਉਸ ਵਕਤ ਇੰਟੈਰੋਗੇਸ਼ਨ ਦੇ ਵਿੱਚ ਜੋ ਚੱਲ ਰਹੀ ਸੀ? ਤੇ ਆਖਰ ਦੇ ਵਿੱਚ ਬਸ ਇਹੀ ਮੈਂ ਗੱਲ ਕਰਨੀ ਚਾਹਾਂਗਾ ਕਿ ਥੋੜ੍ਹਾ ਜਿਹਾ ਇੱਕ ਵਾਰੀ ਫਿਰ ਦਰਸ਼ਕਾਂ ਨੂੰ ਦੱਸੋ ਕਿ ਕਿਸ ਤਰੀਕੇ ਦੀ ਇੰਟੈਰੋਗੇਸ਼ਨ ਉੱਥੇ ਸ਼ਾਰਟ ਦੇ ਵਿੱਚ ਕਿਸ ਤਰੀਕੇ ਦੀ ਇੰਟੈਰੋਗੇਸ਼ਨ ਉੱਥੇ ਹੁੰਦੀ ਸੀ ਜਾਂ ਤਸ਼ੱਦਦ ਹੁੰਦਾ ਸੀ? ਦੇਖੋ ਤਸ਼ੱਦਦ ਤੇ ਬਹੁਤ ਹੈ, ਪੈਰਾਂ ਤੇ ਵੀ ਡੰਡੇ ਮਾਰਦੇ ਸੀ, ਸੋਟੀਆਂ ਜਿਹੀਆਂ ਮਾਰੀਆਂ ਪੈਰਾਂ ਦੇ ਤਲੀਆਂ 'ਚ, ਫਿਰ ਤੁਸੀਂ ਪਟੇ ਇੱਕ ਇੰਟਰਵਿਊ 'ਚ ਦੱਸਿਆ ਕਿ ਉੱਥੇ ਮਸ਼ੀਨ ਵੀ ਹੁੰਦੀ ਸੀ ਪਟਿਆਂ ਵਾਲੀ, ਪਟੇ ਮਾਰਦੇ ਸੀ। ਉਹ ਸਟਾਰਟਿੰਗ 'ਚ ਉਹਨਾਂ ਨੇ ਮਾਰਿਆ, ਮੈਂ ਦੱਸਿਆ ਕਿ ਪਟੇ ਮਾਰੇ। ਮੇਰਾ ਤਾਂ ਇੰਨਾ ਬੁਰਾ, ਮੇਰੇ ਤਾਂ ਸ਼ਰਟ ਹੀ ਪਾਟ ਗਈ ਸੀ ਪਿੱਛੋਂ। ਮੈਂ ਤੁਸੀਂ ਹਿਸਾਬ ਇਮੈਜਿਨ ਕਰ ਲਓ ਵੀ ਕਿੰਨੇ ਵੱਜੇ ਹੋਣਗੇ, ਜਿਹੜੀ ਸ਼ਰਟ ਹੀ ਫਟ ਗਈ ਪਿੱਛੋਂ। ਔਰ ਤੇ ਕਰੰਟ ਕਿਵੇਂ ਲਗਾਉਂਦੇ ਸੀ? ਕਰੰਟ ਜਿਹੜਾ ਲੱਗਦਾ ਸੀ? ਦੇਖੋ ਮੇਰੇ ਤੇ ਪੁਰਪੜੀ ਤੇ ਲਾਇਆ ਸੀ, ਤੁਸੀਂ ਧਿਆਨ ਨਾਲ ਦੇਖੋ, ਮੇਰੀ ਅੱਖ ਵੀ ਛੋਟੀ ਹੈ ਤੇ ਬਹੁਤ ਕੁਝ ਹੋਇਆ, ਮੈਂ ਦੱਸ ਨਹੀਂ ਸਕਦੀ। ਪਿੱਛੇ ਜਿੱਦਾਂ ਬਾਹਾਂ ਬੰਨ੍ਹਤੀਆਂ, ਬਾਹਾਂ ਬੰਨ੍ਹ ਕੇ ਉਹਦੇ ਵਿੱਚ ਇੱਕ ਡੰਡਾ ਫਸਾ ਦੇਣਾ, ਫਿਰ ਉਹ ਡੰਡੇ ਦਾ ਨਾਲ ਇੱਦਾਂ ਕਰਨਾ, ਤੇ ਇੱਥੋਂ ਨਸਾਂ ਖਿੱਚਦੀਆਂ ਹੀ ਨੇ। ਮਤਲਬ ਕੋਈ ਛੱਡਦਾ ਹੀ ਨਹੀਂ ਸੀ ਨਾ, ਆਪ ਠੁੱਡ ਮਾਰਦਾ ਹੁੰਦਾ ਸੀ, ਗੰਦ ਇੰਨਾ ਬਕਦਾ ਸੀ, ਗਾਲਾਂ ਇੰਨੀਆਂ ਕੱਢਦਾ ਸੀ। ਮੈਂ ਤਾਂ ਕਹਿੰਦੀ ਹਾਂ ਇਹ ਨਹੀਂ ਗਾ, ਦੇਖੋ ਉਸ ਵੇਲੇ ਵੀ ਮੈਂ ਕਹਿੰਦੀ ਹਾਂ ਤੁਹਾਨੂੰ, ਜਦੋਂ ਮੈਂ ਥਾਣੇ 'ਚ ਸੀ, ਜਦੋਂ ਇਹਨੇ ਮਾਰਿਆ, ਮੇਰੇ ਕੋਲ ਇੱਕ ਪੁਲਿਸ ਵਾਲੇ ਨੇ ਮੈਨੂੰ ਚੋਰੀ, ਜਦੋਂ ਇਹਨੇ ਉੱਥੇ ਨਹੀਂ ਹੋਣਾ, ਸਟਾਫ ਉੱਥੇ ਕੋਈ ਨਾ ਬਹੁਤ ਘੱਟ ਹੋਣਾ ਬੰਦੇ ਨੇ, ਅਤੇ ਇੱਕ ਦੂਜੇ ਨੂੰ ਕਹਿਣਾ, ਜਿੱਥੇ ਮੇਰੀ ਡਿਊਟੀ ਲੱਗੀ ਉਹਨੂੰ ਕਹਿਣਾ, ਕਹਿੰਦਾ ਇਹਨੂੰ ਕਿਸੇ ਨੇ ਬਾਹਰੋਂ ਪਤਾ ਨਹੀਂ ਕਿੱਦਾਂ ਉਹੀ ਲੈ ਕੇ ਆਉਂਦਾ, ਮੇਰੀਆਂ ਤਾਂ ਅੱਖਾਂ ਬੰਨੀਆਂ ਹੁੰਦੀਆਂ ਸੀ, ਫਿਰ ਥੋੜ੍ਹੀ ਦੇਰ ਅੱਖਾਂ ਖੋਲ੍ਹਣੀਆਂ। ਦੋ ਜਣੇ ਐਸੇ ਸੀ ਜਿਹੜੇ ਇੱਕ ਬਾਹਰ ਦੇਖਦਾ ਸੀ ਨਾ, ਮੈਨੂੰ ਦੁੱਧ ਗਰਮ ਕਰਕੇ ਲਿਆ ਕੇ ਦੇਣਾ। ਇੱਕ ਪੁਲਿਸ ਵਾਲੇ ਸੀ ਬੜਾ, ਉਹਨੂੰ ਬੜਾ ਕਰਨਾ, ਉਹਨੇ ਕਹਿਣਾ ਚਾਹ ਪੀ ਲਿਆ, ਮੈਂ ਕਹਿਣਾ ਮੈਂ ਚਾਹ ਨਹੀਂ, ਉਹਨੇ ਕਹਿਣਾ ਫਿਰ ਇਹ ਗਰਮ ਗਰਮ ਦੁੱਧ ਪੀ, ਫਿਰ ਪਤਾ ਨਹੀਂ ਕਿੱਥੋਂ ਲਿਆਉਣੇ, ਕਿੰਨੀ ਕੁ ਗਲਾਸ, ਉਹਨੇ ਕਹਿਣਾ ਦੁੱਧ ਪੀ, ਵੀ ਤੂੰ ਰੋਟੀ ਵੀ ਨਹੀਂ ਖਾਦੀ, ਵੀ ਦੁੱਧ ਪੀ ਮਰ ਜਾਏਂਗੀ। ਪਾਣੀ ਕਹਿਣਾ ਪਾਣੀ ਜ਼ਿਆਦਾ ਪੀ, ਪਾਣੀ ਪੀਆ ਕਰ। ਅਤੇ ਮੈਂ ਪੀਂਦੀ ਨਹੀਂ ਸੀ, ਮੈਨੂੰ ਪਤਾ ਸੀ ਕਿ ਜਿੰਨਾ ਮੈਂ ਖਾਵਾਂਗੀ, ਜਿੰਨੀ ਮੇਰੇ 'ਚ ਹੋਏਗੀ, ਤਾਂ ਮੈਨੂੰ ਜ਼ਿਆਦਾ ਇਹ ਕਰਨਗੇ, ਅਤੇ ਬੇਹੋਸ਼ ਹੋ ਜਾਵਾਂਗੀ, ਅਤੇ ਫਿਰ ਛੱਡ ਦੇਣਗੇ। ਇਹ ਨਹੀਂ ਆਪਾਂ ਕਹਿ ਸਕਦੇ। ਫਿਰ ਉਹਨੂੰ ਪੁਲਿਸ ਵਾਲੇ ਨੇ ਕਹਿਣਾ, ਜਦੋਂ ਕੋਈ ਰੋਲਰ ਫੇਰਿਆ ਸੀ ਮੇਰਾ ਬੁਰਾ, ਉਹਨੇ ਕਹਿਣਾ ਲੱਤਾਂ ਖੜ ਜਾਣਗੀਆਂ, ਉਹਨੇ ਆਪ ਮੈਨੂੰ ਫੜ ਕਰਨਾ, ਕਹਿਣਾ ਖੜਾ, ਉਹਨੇ ਤੋੜਨਾ, ਕਹਿੰਦਾ ਤੁਰ ਇਹਨੂੰ ਚੱਲ, ਕਦੇ ਤੇ ਲੱਤਾਂ ਜਾਮ ਨਾ ਹੋ ਜਾਣ। ਨਿਰਪ੍ਰੀਤ ਜੀ, ਤੁਹਾਡੇ ਨਾਲ ਜਿਹੜੇ ਹੋਰ ਸੀਗੇ ਲੋਕੀ, ਉਹਨਾਂ ਨਾਲ ਕੋਈ ਇੱਦਾਂ ਦੀ ਮਤਲਬ ਕਿ ਘਟਨਾ ਘਟੀ ਹੈ ਕਿ ਤੁਹਾਡੀ ਅੱਖਾਂ ਦੇ ਸਾਹਮਣੇ ਕਿਸੇ ਨਾਲ ਇਹੋ ਜਿਹੀ ਘਟਨਾ ਘਟੀ ਹੋਵੇ, ਜਾਂ ਕਿਸੇ ਨੂੰ ਮਤਲਬ ਕਿ ਜਿੱਦਾਂ ਕਹਿੰਦੇ ਹੁੰਦੇ ਫੇਕ ਐਨਕਾਊਂਟਰ ਕੀਤਾ ਹੋਵੇ, ਕੋਈ ਉੱਥੇ ਇੱਦਾਂ ਦੀ ਕੋਈ ਘਟਨਾ ਘਟੀ? ਚੰਡੀਗੜ੍ਹ ਪੁਲਿਸ ਦਾ ਕਾਂਸਟੇਬਲ ਸੀ, ਜਿਹੜਾ ਚੰਡੀਗੜ੍ਹ ਪੁਲਿਸ ਮੁਲਾਜ਼ਮ ਸੀ, ਜਿਹਨੇ ਵਿਚਾਰੇ ਨੇ ਦੱਸਿਆ ਸੀ ਮੇਰੀ ਜ਼ਿੰਦਗੀ ਬਖਸ਼ੀ, ਉਹਨੂੰ ਇਹਨੇ ਮਾਰ ਹੀ ਦਿੱਤਾ। ਮਾਰੇ ਉਹ ਤਾਂ ਸਰ ਉਸੇ ਵੇਲੇ ਮੈਨੂੰ ਉੱਥੇ ਹੀ ਪਤਾ ਲੱਗਿਆ ਸੀ, ਮੈਨੂੰ ਕੱਢ ਕੇ ਮਾਰਤਾ। ਅਤੇ ਹੋਰ ਵੀ ਇਹਨੇ ਕਈ ਮਾਰੇ ਨੇ, ਰਾਜਾ ਬੌਸ ਆ, ਰਾਜਾ ਬੌਸ ਨੂੰ ਵੀ ਇਹਨੇ ਕਹਿੰਦੇ ਬਾਅਦ 'ਚ ਟੁਕੜੇ ਕਰਕੇ ਮਾਰਿਆ, ਕਿਉਂਕਿ ਰਾਜਾ ਬੌਸ ਨੇ ਇਹਨੇ ਮੈਨੂੰ ਜਦ ਛੇੜਿਆ, ਬਹੁਤ ਤੰਗ ਕੀਤਾ ਨਾ ਰਾਜਾ ਬੌਸ ਦੇ ਸਾਹਮਣੇ, ਰਾਜਾ ਬੌਸ ਨੂੰ ਗੁੱਸਾ ਆ ਗਿਆ, ਬੰਦਿਆਂ ਨੇ ਫੜਿਆ ਹੋਇਆ ਸੀ, ਇਹਨੇ ਦੋਨੋਂ ਹੱਥ ਤੋਂ ਫੜਿਆ, ਇਹਨੇ ਛੁਡਾ ਲਿਆ, ਉਹਨੇ ਇੰਡਾ ਤੇ ਸੀ, ਉਹਨੇ ਛੁਡਾ ਕੇ ਅਤੇ ਉਹਨੇ ਵੱਟ ਕੇ ਚਪੇੜ ਮਾਰੀ ਸੀ ਇਹਦੇ ਸੁਮੇਧ ਸੈਣੀ ਦੇ, ਫਿਰ ਉਹਨੇ ਉਸ ਤੋਂ ਬਾਅਦ ਇਹਨੂੰ ਬਹੁਤ ਮਾਰਿਆ। ਹੁਣ ਆਖਰੀ ਸਵਾਲ ਮੇਰਾ ਇਹੀ ਹੈ ਕਿ ਇੰਨਾ ਕੁਝ ਜ਼ਿੰਦਗੀ ਦੇ ਵਿੱਚ ਵੇਖਣ ਤੋਂ ਬਾਅਦ ਜ਼ਿੰਦਗੀ ਦੀਆਂ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ, ਹੁਣ ਕਿਵੇਂ ਲੱਗਦਾ ਕਿ ਉਹ ਕੋਈ ਮਾਇਨੇ ਰੱਖਦੀਆਂ ਜਿਹੜੀ ਜ਼ਿੰਦਗੀ ਦੇ ਵਿੱਚ ਛੋਟੇ ਮੋਟੇ ਦੁੱਖ ਸੁੱਖ ਆਉਂਦੇ ਨੇ, ਕਿਉਂਕਿ ਤੁਸੀਂ ਐਡਾ ਕੁਝ ਹੰਢਾ ਲਿਆ ਜ਼ਿੰਦਗੀ ਦੇ ਵਿੱਚ? ਨਹੀਂ ਇੱਦਾਂ ਦਾ ਤਾਂ ਕਿਨੇ ਦੁੱਖ ਸੁੱਖ, ਮੇਰਾ ਤਾਂ ਦੇਖੋ ਪਹਿਲਾਂ ਵੀ ਅਸੀਂ ਦੇਖੋ ਪਰਮਾਤਮਾ 'ਤੇ ਆ ਸੁੱਟਿਆ, ਕभी ਉਹ ਵੀ ਟਾਈਮ ਹੈ ਜੀ, ਉਸ ਵੇਲੇ ਜਾਨ ਬਖਸ਼ਦੀ ਆ, ਅਤੇ ਹੁਣ ਗਾਂ ਵੀ ਸਿੱਖੋ ਅਸੀਂ, ਅਤੇ ਮੈਂ ਤਾਂ ਗੁਰੂ ਨੂੰ ਸਮਰਪਿਤ ਹਾਂ ਵੀ ਇਹ ਗੱਲ ਹੈ ਵੀ ਜਿਸ ਤਰ੍ਹਾਂ ਦਾ ਹੋਏਗਾ ਟਾਈਮ ਉਸ ਤਰ੍ਹਾਂ ਦਾ ਕੱਟਾਂਗੇ, ਚੰਗਾ ਵੀ ਆਇਆ ਮਾੜਾ ਵੀ ਆਇਆ, ਅੱਲਾਹ ਤਾਲਾ, ਪਰ ਸੱਚਿਆ ਪਾਤਸ਼ਾਹ ਇਹ ਕਰ ਗੱਦਾਰੀ ਨਾ ਕੌਮ ਨਾ ਕਰਾਈ, ਬਸ ਇਹੀ ਗੱਲ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਸੋ ਇਹ ਸਨ ਨਿਰਪ੍ਰੀਤ ਕੌਰ ਜੀ। ਇਹਨਾਂ ਦਾ ਜੇ ਅਸੀਂ ਗੱਲ ਕਰੀਏ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਐਡਾ ਕੁਛ ਹੈ ਦੱਸਣ ਵਾਸਤੇ ਕਿ ਸਾਡੇ ਸਵਾਲ ਸ਼ਾਇਦ ਘੱਟ ਪੈ ਜਾਣ, ਇਹਨਾਂ ਦੇ ਜਵਾਬ ਘੱਟ ਨਹੀਂ ਪੈਣਗੇ। ਬਹੁਤ ਕੁਝ ਹੈ ਦੱਸਣ ਵਾਸਤੇ, ਬਹੁਤ ਕੁਝ ਹਾਲੇ ਦੱਸਿਆ ਨਹੀਂ ਗਿਆ, ਔਰ ਨਾ ਲਿਖਤੀ ਰੂਪ ਦੇ ਵਿੱਚ ਆਇਆ ਉਹ, ਔਰ ਨਾ ਹੀ ਇੰਟਰਨੈਟ ਦੇ ਰੂਪ ਦੇ ਵਿੱਚ, ਵੀਡੀਓਜ਼ ਦੇ ਰੂਪ ਦੇ ਵਿੱਚ ਆਇਆ। ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਜੋ ਹਾਲੇ ਤੱਕ ਨਹੀਂ ਆਇਆ ਗਿਆ ਉਹ ਤੁਹਾਡੇ ਤੱਕ ਲੈ ਕੇ ਆਇਆ ਜਾਵੇ। ਜਿਵੇਂ ਇਹਨਾਂ ਨੇ ਦੱਸਿਆ ਕਿ ਜਿਵੇਂ ਗਾਲਿਬ ਦਾ ਇੱਕ ਬੜਾ ਸ਼ੇਰ ਮੈਨੂੰ ਯਾਦ ਆ ਰਿਹਾ, ਬੜਾ ਵਧੀਆ, ਕਿ ਰੰਜ ਸੇ ਹੁਗਰ ਹੁਆ ਇਨਸਾਨ तो मिट जाता है रंज और मुश्किलें मुझ पर पड़ी इतनी कि आसा हो गई। कि ਜ਼ਿੰਦਗੀ 'ਚ ਐਡਾ ਕੁਝ ਹੰਢਾ ਲਿਆ, ਹੁਣ ਐਡਾ ਕੁਝ ਇਹਨਾਂ ਨੇ ਪੀੜਾਂ ਸਹਿ ਲੀਆਂ ਕਿ ਹੁਣ ਜਿਹੜੇ ਜ਼ਿੰਦਗੀ ਦੇ ਛੋਟੇ ਛੋਟੇ ਦੁੱਖ ਹੁੰਦੇ ਨੇ ਉਹ ਕੋਈ ਮਾਇਨੇ ਨਹੀਂ ਰੱਖਦੇ ਹੁੰਦੇ। 1984 ਤੋਂ ਰਿਲੇਟਿਡ ਅਸੀਂ ਇਹਨਾਂ ਦਾ ਇੰਟਰਵਿਊ ਇੱਕ ਵਾਰੀ ਫੇਰ ਕਰਾਂਗੇ, ਕਿਉਂਕਿ ਉਹ ਵੀ ਬਹੁਤ ਮਾਇਨੇ ਰੱਖਦਾ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨਵੰਬਰ 84 ਜਿਨ੍ਹਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇਹਨਾਂ ਦੇ ਪਿਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਔਰ ਜ਼ਿੰਦਾ ਚਲਾਇਆ ਗਿਆ, ਔਰ ਇਹਨਾਂ ਦੀ ਗਵਾਹੀ ਦੇ ਬਲਬੂਤੇ ਜਿਹੜਾ ਸੱਜਣ ਕੁਮਾਰ ਨੂੰ ਜਿਹੜੀ ਸਜ਼ਾ ਵੀ ਹੋਈ ਹੈ। ਸੋ ਫਿਲਹਾਲ ਲਈ ਇੰਨਾ ਹੀ, ਹੁਣ ਇਜਾਜ਼ਤ ਦਿਓ। ਵੇਖਦੇ ਰਹੋ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਧੰਨਵਾਦ।
पंजाब ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।